ਸਾਹਿਤਕਾਰ ਨੇ ਉਹ ਬੜੇ ਚਿੰਤਤ ਹੁੰਦੇ ਨੇ ਕਈ ਵਾਰ ਕਿ ਪੰਜਾਬੀ ਬੋਲੀ ਜਿਹੜੀ ਆ ਉਹ ਖਤਮ ਹੋ ਰਹੀ ਹੈ, ਕਿ ਮੇਰੇ ਬੱਚੇ ਨਾ ਪੰਜਾਬੀ ਨਹੀਂ ਬੋਲਦੇ ਹੈਗੇ। ਪੇਰੈਂਟਸ ਬਹੁਤ ਸੋਹਣੀ ਪੰਜਾਬੀ ਬੋਲਦੇ ਨੇ ਐਨ ਬਿਲਕੁਲ ਜਿਹੜੇ ਇੱਥੋਂ ਦੇ ਜੰਪਲ ਨੇ ਜੀ, ਜਿਨ੍ਹਾਂ ਦੀ ਮਾਂ ਹਾਂਜੀ ਇੰਗਲਿਸ਼ ਬੋਲਦੀ ਜੀ, ਹੈ, ਉਹਨਾਂ ਦੀ ਮਾਂ ਬੋਲੀ ਤੇ ਡੈਫੀਨਿਟਲੀ ਇੰਗਲਿਸ਼ ਹੀ ਹੋਈ। ਬਿਲਕੁਲ ਇਹ ਨਹੀਂ ਕਹਿੰਦੀ ਹੈਗੀ ਕਿ ਤੁਸੀਂ ਇੰਗਲਿਸ਼ 'ਚ ਗੱਲ ਬਿਲਕੁਲ ਨਾ ਕਰੋ, ਕਿਉਂਕਿ ਫੇਰ ਗੱਲਬਾਤ ਇਹ ਆ ਜਾਂਦੀ ਹੈ ਕਿ ਕਈ ਬੱਚੇ ਇਸ ਤਰ੍ਹਾਂ ਦੇ ਵੀ ਨੇ ਜਿਨ੍ਹਾਂ ਨੂੰ ਲੱਗਣ ਲੱਗ ਜਾਂਦਾ ਹੈ ਕਿ ਸ਼ਾਇਦ ਸਾਡੇ ਮਾਪਿਆਂ ਨੂੰ ਇੰਗਲਿਸ਼ ਆਉਂਦੀ ਹੈ, ਇਸੇ ਬਹਾਨੇ ਦੇ ਨਾਲ ਹੀ ਸਹੀ ਉਹ ਬੱਚਾ ਪੰਜਾਬੀ 'ਚ ਗੱਲ ਕਰ ਰਿਹਾ, ਸਿੱਖ ਰਿਹਾ। ਬਿਲਕੁਲ ਭਾਜੀ ਲਿਖਦੇ ਆ ਨਾ ਜਦੋਂ ਆਪਾਂ, ਕਈ ਲੋਕ ਉਹਨੂੰ ਪਾਜੀ ਲਿਖ ਦਿੰਦੇ ਨੇ ਪੱਪੇ ਦੇ ਨਾਲ, ਤੇ ਉਹ ਕੀ ਹੋਣਾ ਆ ਕਿ ਜਦੋਂ ਤੁਸੀਂ ਉਸ ਵਰਡ ਨੂੰ ਬਹੁਤ ਵਾਰੀ ਯੂਜ਼ ਕਰ ਲਿਆ ਨਾ, ਉਹ ਤੁਹਾਡੇ ਆਪਣੇ ਕੀਬੋਰਡ ਦੇ ਵਿੱਚ ਹੀ ਐਡ ਹੋ ਜਾਂਦਾ ਆ। ਜਿਵੇਂ ਜਿਵੇਂ ਸਾਡੀ ਕਿਸੇ ਚੀਜ਼ ਤੋਂ ਦੂਰੀ ਪਈ, ਸਾਨੂੰ ਉਹਦੀ ਅਹਿਮੀਅਤ ਦਾ ਅਹਿਸਾਸ ਹੋਇਆ। ਬਿਲਕੁਲ ਸਹੀ। ਅਸੀਂ ਘਰ ਛੱਡੇ, ਘਰਾਂ ਤੋਂ ਦੂਰ ਹੋਏ ਤੇ ਸਾਨੂੰ ਪਰਿਵਾਰਾਂ ਬਾਰੇ ਪਤਾ ਲੱਗਾ। ਬਿਲਕੁਲ ਸਾਡੇ ਭੈਣਾਂ ਭਰਾਵਾਂ ਦੇ ਰਿਸ਼ਤੇ ਜਿਹੜੇ ਨੇ ਉਹ ਸਾਡੇ ਲਈ ਕਿੰਨੇ ਜ਼ਰੂਰੀ ਨੇ। ਜੀ ਢੀਡ ਮੇ ਲਾਤ ਮਾਰਦੀ ये कैसा टुआ पाटा है, ना लांगा जाता है ना टापा जाता है। ਪੰਜਾਬੀ ਵਾਈਬਸ ਦੇਖ ਸੁਣ ਰਹੇ ਸਾਰੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਹਰਜੀਤ ਤੇ ਮੇਰੇ ਨਾਲ ਜਸਪ੍ਰੀਤ। ਸਤਿ ਸ਼੍ਰੀ ਅਕਾਲ। ਅਸੀਂ ਤੁਹਾਡਾ ਸਾਰਿਆਂ ਦਾ ਖੂਬ ਸਵਾਗਤ ਕਰਦੇ ਹਾਂ ਤੇ ਅੱਜ ਕਾਫੀ ਸਮੇਂ ਬਾਅਦ ਸਾਡੀ ਹਾਜ਼ਰੀ ਲੱਗੀ ਹੈ, ਉਹਦੇ ਲਈ ਅਸੀਂ ਖਿਮਾ ਦੀਆਂ ਜਾਚਕ ਹਾਂ। ਜੀ ਅਸੀਂ ਆਪਣਾ ਨਵਾਂ ਪੋਡਕਾਸਟ ਲੈ ਕੇ ਤੁਹਾਡੇ ਸਾਹਮਣੇ ਦੁਬਾਰਾ ਰੂਬਰੂ ਹੋਏ ਆ। ਕੀ ਹੋਇਆ ਭੈਣ? ਸਾਹਮਣੇ ਹੋਏ ਤੇ ਰੂਬਰੂ ਹੋਏ। ਓਹੋ, ਸੋ ਇਹ ਮਾਸਟਰ ਜੀ ਦੀ ਕਲਾਸ 'ਚ ਵੀ ਜ਼ਿਕਰ ਹੋਇਆ ਸੀ, ਉਹ ਗੱਲ ਕਰ ਦਿੱਤੀ। ਰਾਤ ਵਾਲਾ ਕਿੱਸਾ ਦੁਬਾਰਾ ਰਿਪੀਟ ਹੋ ਗਿਆ। ਜੀ ਮਾਫੀ, ਅਸੀਂ ਤੁਹਾਡੇ ਰੂਬਰੂ ਹੋਏ ਆ ਆਪਣਾ ਨਵਾਂ ਪੋਡਕਾਸਟ ਲੈ ਕੇ। ਕੀ ਬਾਤ ਜੀ। ਸੋ ਅਕਸਰ ਹੀ ਜਦੋਂ ਅਸੀਂ ਗੱਲਬਾਤ ਕਰਦੇ ਹਾਂ ਪੰਜਾਬੀ ਦੇ ਵਿੱਚ ਤੇ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਜਿਹੜੇ ਲਫ਼ਜ਼ ਨੇ, ਸ਼ਬਦ ਨੇ, ਅਸੀਂ ਰਲ ਗੱਡ ਕਰ ਦਿੰਦੇ ਆ। ਬਿਲਕੁਲ ਜਸਪ੍ਰੀਤ, ਬੜੇ ਇਦਾਂ ਦੇ ਲਫ਼ਜ਼ ਅਸੀਂ ਯੂਜ਼ ਕਰਦੇ ਆ ਪੰਜਾਬੀ ਜਦੋਂ ਅਸੀਂ ਆਮ ਭਾਸ਼ਾ ਦੇ ਵਿੱਚ ਬੋਲਦੇ ਆ ਕਿ ਜਿਨ੍ਹਾਂ ਦਾ ਕੋਈ ਅਰਥ ਵੀ ਨਹੀਂ ਹੁੰਦਾ, ਜਿਵੇਂ ਪਾਣੀ ਪੂਣੀ, ਰੋਟੀ ਰੋਟੀ, ਚਾਹ ਚੂ ਦੇ ਮਤਲਬ ਬੇਸ਼ੱਕ ਕੱਢ ਲੈ ਰਹੇ ਹੁਣ, ਪਰ ਫਿਰ ਵੀ ਦੂਜੇ ਪਾਸੇ ਲੈ ਕੇ ਸਾਨੂੰ ਆਦਤ ਹੁੰਦੀ ਹੈ ਕਿ ਜਿਵੇਂ ਜੇ ਕੋਈ ਬੱਚਾ ਵੀ ਥੋੜਾ ਜਿਹਾ ਮੈਂ ਨਹੀਂ ਜਾਣਾ ਜੂਣਾ ਉੱਥੇ, ਸੋ ਜਾਂ ਵਾਂਡੇ ਵੁੰਡੇ, ਇੱਕ ਵਾਂਡੇ ਪਿੰਡਾਂ ਦਾ ਲਫ਼ਜ਼ ਹੁੰਦਾ ਸੀ, ਅੱਜ ਕੱਲ ਤੇ ਬਹੁਤ ਘੱਟ ਸੁਣਨ ਨੂੰ ਮਿਲਦਾ। ਮੇਰੇ ਖਿਆਲ ਨਾਲ ਇਹ ਨਾ ਪੰਜਾਬੀ ਭਾਸ਼ਾ ਦੇ ਬੇਸ਼ੱਕ ਸ਼ਬਦ ਜਿਹੜੇ ਆਪਣੇ ਬਣਾਏ ਹੋਏ ਨੇ, ਪਰ ਇਹ ਖੂਬਸੂਰਤੀ ਵੀ ਭਾਸ਼ਾ ਨੂੰ ਦੇ ਦਿੰਦੇ ਨੇ, ਹਨਾ, ਕਿ ਕਿਵੇਂ ਅਸੀਂ ਆਪਣੇ ਹੀ ਸਹੂਲੀਅਤ ਦੇ ਹਿਸਾਬ ਨਾਲ ਆਪਣੀ ਹੀ ਭਾਸ਼ਾ ਨੂੰ ਦੁਬਾਰਾ ਜਿਹੜਾ ਆ, ਸ਼ਬਦਾਂ ਦਾ ਮਤਲਬ ਭਾਵੇਂ ਕੋਈ ਨਹੀਂ ਹੁੰਦਾ, ਪਰ ਕਈ ਵਾਰੀ ਉਹਦੇ ਵਿੱਚ ਪਿਆਰ ਬੜਾ ਝਲਕਦਾ ਹੁੰਦਾ ਜਦੋਂ ਅਸੀਂ ਕਿਸੇ ਦੇ ਨਾਲ ਗੱਲਬਾਤ ਕਰਦੇ ਹਾਂ, ਹਨਾ। ਇੱਕ ਨਾ ਉਹਨੂੰ ਵਿਸ਼ੇਸ਼ ਜਿਹਾ ਬਣਾ ਦਿੰਦਾ, ਜਿਵੇਂ ਆਪਣੇ ਕਈ ਲੋਕ ਗੀਤਾਂ ਦੇ ਵਿੱਚ ਵੀ, ਜਿਵੇਂ ਉਹ ਨਹੀਂ ਵਣਜਾਰਾ ਵਾਰੀ ਮੇਰੀ ਜਾਨ ਲੱਗੀ, ਉਹਦੇ ਚ ਕਿ ਭਾਂਡੇ ਟਿੰਡੇ ਵੰਡਣ ਲੱਗੇ, ਸੋ ਭਾਂਡੇ ਟਿੰਡੇ, ਕੋਠੇ ਕਾਠੇ, ਬਿਲਕੁਲ। ਸੋ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ, ਮੈਨੂੰ ਲੱਗਦਾ ਕਿ ਇਹ ਸਾਡੇ ਸੱਭਿਆਚਾਰ ਦਾ ਇੱਕ ਬੜਾ ਹਿੱਸਾ ਬਣ ਚੁੱਕੀਆਂ ਨੇ। ਬਿਲਕੁਲ ਨੇ ਤੇ ਅੱਜ ਵੀ ਨੇ। ਪਰ ਖੈਰ ਅੱਜ ਅਸੀਂ ਗੱਲ ਇਹ ਤੋਰ ਲਈਏ ਹੁਣ, ਤੇ ਮੈਨੂੰ ਲੱਗਦਾ ਕਿ ਅਸੀਂ ਪੰਜਾਬੀ ਦੇ ਲਫ਼ਜ਼ਾਂ ਦੀ ਜਿੱਥੇ ਗੱਲ ਕੀਤੀ ਜਸਪ੍ਰੀਤ, ਬੜੇ ਪਰਿਵਾਰ ਮੈਂ ਦੇਖੇ ਨੇ, ਬੜੇ ਮਾਪੇ ਵੀ ਨੇ ਜਿਹੜੇ ਚਿੰਤਤ ਨੇ, ਸਾਡੇ ਜਿਹੜੇ ਮਾਹਿਰ ਨੇ, ਜਿਹੜੇ ਸਾਹਿਤਕਾਰ ਨੇ, ਉਹ ਬੜੇ ਚਿੰਤਤ ਹੁੰਦੇ ਨੇ ਕਈ ਵਾਰ ਕਿ ਪੰਜਾਬੀ ਬੋਲੀ ਜਿਹੜੀ ਆ ਉਹ ਖਤਮ ਹੋ ਰਹੀ ਹੈ। ਸਿਆਣੇ ਕਹਿੰਦੇ ਨੇ ਕਿ ਜਿੰਨੀ ਦੇਰ ਤੱਕ ਪੰਜਾਬੀ ਅਸੀਂ ਬੋਲਦੇ ਆ ਉਨੀ ਦੇਰ ਤੱਕ ਹੀ ਅਸੀਂ ਪੰਜਾਬੀ ਆ। ਸੋ ਜਿੱਥੇ ਪੰਜਾਬੀ ਭਾਸ਼ਾ ਦੀ ਗੱਲ ਆਉਂਦੀ ਹੈ, ਪੰਜਾਬੀ ਭਾਸ਼ਾ ਬੋਲਣ ਵਾਲੇ ਜਿੰਨੀ ਦੇਰ ਤੱਕ ਜਿਉਂਦੇ ਨੇ, ਦੁਨੀਆ ਦੇ ਹਰ ਕੋਨੇ ਦੇ ਵਿੱਚ ਮੈਨੂੰ ਲੱਗਦਾ ਕਿ ਜਿਉਂਦੇ ਨੇ, ਜ਼ਰੂਰ ਇਹ ਜਿਹੜੀ ਭਾਸ਼ਾ ਉਹ ਜ਼ਿੰਦਾ ਰਹੇਗੀ। ਪਰ ਫਿਰ ਵੀ ਜੇ ਅਸੀਂ ਵਿਚਾਰ ਕਰੀਏ, ਬਹੁਤ ਸਾਰੇ ਪਰਿਵਾਰ ਨੇ, ਜਦੋਂ ਅਸੀਂ ਖਾਸ ਕਰਕੇ ਭਾਸ਼ਾ ਦੀ ਗੱਲ ਜਿੱਥੇ ਆਉਂਦੀ ਹੈ ਤਾਂ ਮਤਲਬ ਇਹੀ ਹੈ ਕਿ ਅਸੀਂ ਆਪਣੀ ਭਾਸ਼ਾ, ਆਪਣੀ ਮਾਂ ਬੋਲੀ ਦੀ ਗੱਲ ਕਰ ਰਹੇ ਹਾਂ, ਆਪਣੀ ਮਾਂ ਬੋਲੀ, ਆਪਣੀ ਅਗਲੀ ਆਉਣ ਵਾਲੀ ਪੀੜ੍ਹੀ ਤੱਕ ਅਸੀਂ ਪੁੱਜਦਾ ਕਰ ਰਹੇ ਹਾਂ ਕਿ ਨਹੀਂ ਕਰ ਰਹੇ। ਮੇਰੇ ਖਿਆਲ ਨਾਲ ਇਹ ਵੀ ਆ ਭੈਣੇ, ਜਿੱਦਾਂ ਤੁਸੀਂ ਸਾਹਿਤਕਾਰਾਂ ਦੀ ਗੱਲ ਕੀਤੀ ਆ ਕਿ ਇਹ ਬੜਾ ਚਿੰਤਾ ਦਾ ਵਿਸ਼ਾ ਹੈ ਕਿ ਸਾਡੀ ਭਾਸ਼ਾ ਸ਼ਾਇਦ ਮਰ ਰਹੀ ਆ, ਪਰ ਮੈਨੂੰ ਲੱਗਦਾ ਹੈ ਕਿ ਜਦੋਂ ਤੱਕ ਇਹ ਜਿਹੜੀ ਸਾਡੀ ਭਾਸ਼ਾ ਆ, ਜਿਹਨੂੰ ਅਸੀਂ ਆਪਣੀ ਮਾਂ ਬੋਲੀ ਕਹਿੰਦੇ ਆ ਪੰਜਾਬੀ, ਜਦੋਂ ਤੱਕ ਇਹ ਸਾਡੇ ਘਰਾਂ ਦੇ ਵਿੱਚ ਬੋਲੀ ਜਾਊਗੀ ਉਦੋਂ ਤੱਕ ਭਾਸ਼ਾ ਕਿਤੇ ਨਹੀਂ ਗਈ ਹੈਗੀ। ਸੋ ਭਾਸ਼ਾ ਦਾ ਪ੍ਰਚਾਰ ਕਰਨ ਲਈ ਸਾਨੂੰ ਬਾਹਰ ਜਾਣ ਦੀ ਲੋੜ ਨਹੀਂ। ਅਸੀਂ ਸੋਚੀਏ ਕਿ ਅਸੀਂ ਬਹੁਤ ਵੱਡੇ ਲੈਵਲ ਤੇ ਜਾ ਕੇ ਪ੍ਰਚਾਰ ਕਰਨਾ ਆ, ਜਾਂ ਅਸੀਂ ਬਹੁਤ ਕਿਤਾਬਾਂ ਲਿਖਣੀਆਂ ਨੇ, ਪੜ੍ਹਨੀਆਂ ਨੇ, ਮੈਨੂੰ ਲੱਗਦਾ ਉਹਦੀ ਜ਼ਰੂਰਤ ਕਿਸੇ ਪੁਆਇੰਟ ਤੇ ਜ਼ਰੂਰ ਹੈਗੀ ਆ, ਪਰ ਸਿਰਫ ਭਾਸ਼ਾ ਦੇ ਜੇ ਮਰਨ ਦੀ ਗੱਲ ਕਰੀਏ ਤੇ ਜੇ ਸਾਡੇ ਘਰਾਂ ਦੇ ਵਿੱਚ ਉਹ ਭਾਸ਼ਾ ਬੋਲੀ ਜਾ ਰਹੀ ਆ, ਇਹਦਾ ਮਤਲਬ ਉਹ ਭਾਸ਼ਾ ਕਿਤੇ ਨਹੀਂ ਜਾ ਰਹੀ ਹੈਗੀ। ਹੁਣ ਜਿਵੇਂ ਆਪਾਂ ਇੱਥੇ ਵੀ ਦੇਖਦੇ ਆ ਨਾ, ਕਈ ਮਾਪੇ ਕਹਿ ਵੀ ਦਿੰਦੇ ਨੇ ਕਿ ਮੇਰੇ ਬੱਚੇ ਨਾ ਪੰਜਾਬੀ ਨਹੀਂ ਬੋਲਦੇ ਹੈਗੇ। ਪੇਰੈਂਟਸ ਬਹੁਤ ਸੋਹਣੀ ਪੰਜਾਬੀ ਬੋਲਦੇ ਨੇ ਐਨ ਬਿਲਕੁਲ, ਤੇ ਪਰ ਉਹਨਾਂ ਦੇ ਬੱਚੇ ਪੰਜਾਬੀ ਨਹੀਂ ਬੋਲਦੇ ਹੈਗੇ, ਤੇ ਉਹਨਾਂ ਨੂੰ ਸਮਝ ਬੇਸ਼ੱਕ ਆ ਜਾਂਦੀ ਹੈ, ਪਰ ਉਹ ਬਿਲਕੁਲ ਮਤਲਬ ਬੋਲਣਾ ਨਾ ਹੀ ਉਹ ਤਰਜੀਹ ਦਿੰਦੇ ਨੇ, ਨਾ ਹੀ ਉਹ ਕੋਸ਼ਿਸ਼ ਕਰਦੇ ਨੇ। ਤੇ ਉੱਥੇ ਮੈਨੂੰ ਲੱਗਦਾ ਹੈ ਕਿ ਇਹ ਕਸੂਰ ਬੱਚਿਆਂ ਦਾ ਨਹੀਂ ਆ, ਉੱਥੇ ਕਸੂਰ ਸਾਡਾ ਆ। ਜੇ ਅਸੀਂ ਕਿਸੇ ਨੂੰ ਕਹਿ ਰਹੇ ਹਾਂ ਕਿ ਸਾਡਾ ਬੱਚਾ ਪੰਜਾਬੀ ਬੋਲਦਾ ਹੀ ਨਹੀਂ, ਇਹਨੇ ਸਿੱਖੀ ਨਹੀਂ,
ਉਹਨੇ ਸਿੱਖੀ ਹੀ ਨਹੀਂ ਕਹਿਣਾ ਗਲਤ ਹੈ, ਉਹਨੂੰ ਇਹ ਕਹਿਣਾ ਚਾਹੀਦਾ ਕਿ ਅਸੀਂ ਆਪਣੇ ਬੱਚਿਆਂ ਨੂੰ ਪੰਜਾਬੀ ਸਿਖਾਈ ਹੀ ਨਹੀਂ, ਹੈਨਾ। ਦੇਖੋ ਜਦੋਂ ਬੱਚਾ ਤੁਹਾਡੇ ਤੋਂ ਕੋਈ ਗੱਲ ਪੁੱਛਦਾ ਹੈ ਜੀ ਤੇ ਅਸੀਂ ਜਦੋਂ ਵਾਪਸ ਬੱਚੇ ਨੂੰ ਜਵਾਬ ਜੇ ਇੰਗਲਿਸ਼ ਚ ਦੇਣਾ ਸ਼ੁਰੂ ਕਰ ਲੈਂਦੇ ਆ, ਇਹ ਸੋਚ ਕੇ ਕਿ ਇਹਨੇ ਪੰਜਾਬੀ ਨਹੀਂ ਬੋਲਣੀ, ਇਹਨੇ ਇੰਗਲਿਸ਼ ਬੋਲਣੀ ਹੈ ਜੀ, ਤੇ ਜਸਪ੍ਰੀਤ ਉਹ ਬੱਚੇ ਨੇ ਤੇ ਫਿਰ ਡੈਫੀਨਿਟਲੀ ਇੰਗਲਿਸ਼ ਦੇ ਵਿੱਚ ਹੀ ਗੱਲ ਕਰਨੀ ਹੈ ਤੁਹਾਡੇ ਨਾਲ ਹਮੇਸ਼ਾ। ਜੇ ਜਦੋਂ ਬੱਚਾ ਸਾਡੇ ਨਾਲ ਇੰਗਲਿਸ਼ 'ਚ ਗੱਲ ਕਰੇ ਅਸੀਂ ਫਿਰ ਵੀ ਜਵਾਬ ਜੇ ਪੰਜਾਬੀ 'ਚ ਦਿੰਦੇ ਆ। ਬਹੁਤ ਸਾਰੇ ਪਰਿਵਾਰ ਨੇ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਪੰਜਾਬੀ ਸਿਖਾਈ ਨਹੀਂ। ਬਿਲਕੁਲ ਤਰੀਕੇ ਦੇ ਨਾਲ ਇੱਥੇ ਦੀਆਂ ਮਾਵਾਂ ਤੇ ਨਾ ਇਹ ਬੜਾ ਚੀਜ਼ ਆ, ਮੈਂ ਦੇਖਿਆ ਕੁਝ ਕੁ ਘਰਾਂ ਦੇ ਵਿੱਚ ਜਦੋਂ ਬੱਚੇ ਬਹੁਤ ਛੋਟੇ ਹੁੰਦੇ ਨੇ, ਜਦੋਂ ਮਤਲਬ ਕਹਿ ਲਓ ਕਿ ਕਿੰਡਰਗਾਰਟਨ ਜਾਣਾ ਸਟਾਰਟ ਕਰਨਾ ਹਲੇ ਬੱਚੇ ਨੇ 3 ਸਾਲ ਦੀ ਉਮਰ ਆ ਜਦੋਂ, ਹਨਾ, ਉਦੋਂ ਮਾਵਾਂ ਜਿਹੜੀਆਂ ਨੇ ਆਪਣੇ ਬੱਚਿਆਂ ਨਾਲ ਇੰਗਲਿਸ਼ 'ਚ ਗੱਲ ਕਰਨ ਲੱਗ ਜਾਂਦੀਆਂ ਨੇ। ਮੇਰੀ ਆਪਣੀ ਹੀ ਇੱਕ ਫਰੈਂਡ ਆ, ਉਹ ਇੰਗਲਿਸ਼ 'ਚ ਗੱਲ ਕਰ ਲੈਂਦੀ ਆ ਉਹਦੇ ਨਾਲ, ਕਹੂਗੀ ਮਤਲਬ ਕਿ ਵਾਈ ਯੂ ਵਾਂਟ ਦਿਸ, ਔਰ ਮਤਲਬ ਛੋਟੇ ਛੋਟੇ ਸੈਂਟੈਂਸਸ। ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਤੂੰ ਇਹਦੇ ਨਾਲ ਇੰਗਲਿਸ਼ 'ਚ ਕਿਉਂ ਗੱਲ ਕਰ ਰਹੀ ਆ? ਹਾਲਾਂਕਿ ਉਹ ਕਿਉਂਕਿ ਘਰ 'ਚ ਰਹਿ ਰਹੀ ਆ, ਉਸ ਕੁੜੀ ਨੂੰ ਪੰਜਾਬੀ ਭਾਸ਼ਾ ਸਮਝ ਆ ਰਹੀ ਆ ਉਦੋਂ ਤੱਕ, ਪਰ ਜਦੋਂ ਉਹ ਮਾਂ ਜਿਹੜੀ ਉਹ ਪੰਜਾਬੀ 'ਚ ਗੱਲ ਨਾ ਕਰਕੇ ਇੰਗਲਿਸ਼ ਵੱਲ ਕਰ, ਮੈਂ ਉਹਨੂੰ ਪੁੱਛਿਆ, ਮੈਂ ਕਿ ਤੂੰ ਕਿਉਂ ਇਹਦੇ ਨਾਲ ਇੰਗਲਿਸ਼ 'ਚ ਗੱਲ ਕੀਤੀ? ਕਹਿੰਦੀ ਮੈਨੂੰ ਇਦਾਂ ਲੱਗਦਾ ਕਿ ਇਹਨੂੰ ਕਿੰਡਰਗਾਰਟਨ ਜਾ ਕੇ ਜਾਂ ਬਾਹਰ ਸਕੂਲਾਂ 'ਚ ਜਾ ਕੇ ਪ੍ਰੋਬਲਮ ਨਾ ਹੋਵੇ ਇੰਗਲਿਸ਼ ਬੋਲਣ 'ਚ, ਤਾਂ ਕਰਕੇ ਮੈਨੂੰ ਲੱਗਦਾ ਕਿ ਮੈਨੂੰ ਘਰੇ ਬੋਲਣੀ ਚਾਹੀਦੀ ਆ। ਤੇ ਉਸ ਗੱਲ ਤੇ ਮੈਂ ਉਸ ਨੂੰ ਇਹ ਚੀਜ਼ ਸਮਝਾਈ ਕਿ ਇਸ ਦੇਸ਼ ਦੇ ਵਿੱਚ ਰਹਿ ਕੇ ਜਦੋਂ ਬੱਚਾ ਇੱਥੇ ਜੰਮਿਆ ਆ, ਜਦੋਂ ਉਹਨੇ ਇੱਥੇ ਐਜੂਕੇਸ਼ਨ ਲੈਣੀ ਆ, ਸਕੂਲਾਂ 'ਚ ਜਾਣਾ, ਇਹ ਗੱਲ ਦਿਮਾਗ 'ਚੋਂ ਕੱਢ ਦੇਣੀ ਚਾਹੀਦੀ ਆ ਕਿ ਸਾਡੇ ਬੱਚੇ ਜਿਹੜੇ ਆ ਉਹ ਇੰਗਲਿਸ਼ ਨਹੀਂ ਸਿੱਖ ਪਾਉਣਗੇ। ਇਹ ਕਦੇ ਨਹੀਂ ਹੋਣਾ। ਇਹ ਜ਼ਰੂਰ ਹੋ ਸਕਦਾ ਕਿ ਤੁਹਾਡੇ ਬੱਚੇ ਪੰਜਾਬੀ ਨਾ ਸਿੱਖ ਪਾਉਣ, ਹਨਾ। ਇਹ ਘਰਾਂ ਦੇ ਵਿੱਚ ਬਹੁਤ ਜ਼ਰੂਰੀ ਹੈ ਕਿ ਜਦੋਂ ਅਸੀਂ ਘਰੇ ਬੱਚਿਆਂ ਦੇ ਨਾਲ ਗੱਲ ਕਰਦੇ ਆ ਨਾ, ਉਦੋਂ ਅਸੀਂ ਉਹਨਾਂ ਨਾਲ ਪੰਜਾਬੀ 'ਚ ਗੱਲ ਕਰੀਏ। ਇਹ ਦਿਮਾਗ 'ਚੋਂ ਜਿਹੜਾ ਆ ਨਾ ਇਹ ਵਹਿਮ ਕੱਢ ਦਈਏ ਕਿ ਬੱਚਿਆਂ ਨੂੰ ਔਖ ਹੋਊਗੀ ਜਾ ਕੇ ਕਿੰਡਰਗਾਰਟਨ 'ਚ ਜਾਂ ਫਿਰ ਸਕੂਲਾਂ ਦੇ ਵਿੱਚ ਜਾ ਕੇ, ਕਿਉਂਕਿ ਇਹ ਤਾਂ ਉਹਨਾਂ ਦੀ, ਜਿਵੇਂ ਸਾਡੀ ਮਾਂ ਬੋਲੀ ਪੰਜਾਬੀ ਆ, ਜੇ ਮੈਂ ਇੱਥੇ ਦੇ ਬੱਚਿਆਂ ਦੀ ਗੱਲ ਕਰਾਂ, ਜੇ ਤੁਸੀਂ ਉਹਨਾਂ ਨਾਲ ਗੱਲ ਕਰੋਗੇ ਉਹਨਾਂ ਨੂੰ ਲੱਗਦਾ ਕਿ ਉਹਨਾਂ ਦੀ ਇੰਗਲਿਸ਼ ਮਾਂ ਬੋਲੀ ਆ, ਹੈਨਾ। ਦੇਖੋ ਜਿਹੜੇ ਇੱਥੋਂ ਦੇ ਜੰਪਲ ਨੇ ਜੀ, ਜਿਨ੍ਹਾਂ ਦੀ ਮਾਂ ਹਾਂਜੀ ਇੰਗਲਿਸ਼ ਬੋਲਦੀ ਹੈ, ਉਹਨਾਂ ਦੀ ਮਾਂ ਬੋਲੀ ਤੇ ਡੈਫੀਨਿਟਲੀ ਇੰਗਲਿਸ਼ ਹੀ ਹੋਈ। ਬਿਲਕੁਲ। ਜਿਹੜੀ ਪੰਜਾਬੀ ਬੋਲਣ ਵਾਲੀਆਂ ਜਿਹੜੀਆਂ ਮਾਵਾਂ ਨੇ ਜਿਨ੍ਹਾਂ ਦੀਆਂ, ਉਹਨਾਂ ਦੀ ਮਾਂ ਬੋਲੀ ਪੰਜਾਬੀ ਹੋਵੇ, ਸੋ ਮਾਂ ਦੀ ਬੋਲੀ। ਬਿਲਕੁਲ। ਇਹ ਚੀਜ਼ ਵੀ ਜਿਹੜੀ ਹੈ ਉਹ ਮੈਂਟਲੀ ਤੁਹਾਨੂੰ ਬਹੁਤ ਸਟਰੈਂਥ ਦਿੰਦੀ ਹੈ ਜੇਕਰ ਤੁਹਾਡੇ ਬੱਚੇ ਦੀ ਮਾਂ ਬੋਲੀ ਸਟਰੋਂਗ ਹੈ, ਕਿਉਂਕਿ ਉਹ ਬੱਚੇ ਦਾ ਦਿਮਾਗ ਫਟਾਫਟ ਆਪਣੀ ਮਾਂ ਬੋਲੀ ਦੇ ਵਿੱਚ ਉਹ ਖਿਆਲ ਜਿਹੜੇ ਨੇ ਉਹ ਪੈਦਾ ਕਰਦਾ। ਦਿਮਾਗ ਦੇ ਪ੍ਰੋਸੈਸ ਬਹੁਤ ਤੇਜ਼ ਹੁੰਦੇ ਨੇ, ਸੋ ਉਹ ਬੱਚਾ ਬਹੁਤ ਜ਼ਿਆਦਾ ਇੰਟੈਲੀਜੈਂਟ ਤੇ ਬਹੁਤ ਜ਼ਿਆਦਾ ਕੌਨਫੀਡੈਂਟ ਹੋਊਗਾ ਜਿਹਦੀ ਮਾਂ ਬੋਲੀ ਤੇ ਪਕੜ ਬਹੁਤ ਆ। ਜੀ, ਇਹੀ ਚੀਜ਼ ਮੈਂ ਨਾ ਆਪਣੇ ਘਰਾਂ ਦੇ ਵਿੱਚ ਵੀ ਮੈਂ ਇਹ ਅਜ਼ਮਾਈ ਆ ਕਿ ਬੱਚੇ ਡੈਫੀਨੇਟਲੀ ਜਦੋਂ ਬੱਚਾ ਸਕੂਲ ਜਾਣ ਲੱਗ ਜਾਂਦਾ ਆ, ਉੱਥੇ ਉਹਨਾਂ ਦੀ ਉਹ ਬਣ ਜਾਂਦੀ ਹੈ ਫਲੂਐਂਸੀ ਕਿ ਉਹ ਬੋਲਦੇ ਆ ਇੰਗਲਿਸ਼, ਹੈ ਨਾ। ਪਰ ਘਰਾਂ ਦੇ ਵਿੱਚ ਕੀ ਹੁੰਦਾ ਹੈ ਕਿ ਤੁਹਾਨੂੰ ਇਹ ਆਦਤ ਆਪ ਹੀ ਪਾਉਣੀ ਪੈਣੀ ਆ ਕਿ ਬੱਚੇ ਨੂੰ, ਜੇ ਬੱਚਾ ਬਹੁਤ ਇੰਗਲਿਸ਼ ਬੋਲਣ ਲੱਗ ਗਿਆ, ਉਹਨੂੰ ਆਨਸਰ ਕਰਨਾ ਬੰਦ ਕਰ ਦਿਓ, ਉਹਨੂੰ ਜਵਾਬ ਦੇਣਾ ਬੰਦ ਕਰ ਦਿਓ ਉਸ ਗੱਲ ਦਾ। ਜੇ ਉਹ ਕੋਈ ਗੱਲ ਪੁੱਛ ਰਿਹਾ ਆ, ਜੇ ਤੁਸੀਂ ਇੱਕ ਵਾਰੀ ਜਵਾਬ ਨਹੀਂ ਦੋਗੇ, ਦੂਜੀ ਵਾਰੀ ਨਹੀਂ ਦੋਗੇ, 2 ਵਾਰੀ ਟੋਕੋਗੇ, 3 ਵਾਰੀ ਟੋਕੋਗੇ, ਤੇ ਉਹਨੂੰ ਆਪਣੇ ਆਪ ਪਤਾ ਲੱਗ ਜਾਣਾ ਕਿ ਮੇਰੀ ਮਾਂ ਨੇ ਮੈਨੂੰ ਜਵਾਬ ਤਾਂ ਕਰਕੇ ਨਹੀਂ ਦਿੱਤਾ ਕਿਉਂਕਿ ਮੈਂ ਗਲਤ ਭਾਸ਼ਾ ਦਾ ਇਸਤੇਮਾਲ ਕਰ ਰਿਹਾ ਹਾਂ, ਹੈਨਾ। ਉਹ ਆਪਣੇ ਆਪ ਤੁਹਾਡੇ ਤੋਂ ਪੰਜਾਬੀ 'ਚ ਕੁਐਸਚਨ ਪੁੱਛੂਗਾ। ਤੇ ਪਰ ਜਦੋਂ ਅਸੀਂ ਉਹਨਾਂ ਨੂੰ ਹੱਲਾਸ਼ੇਰੀ, ਡੈਫੀਨੇਟਲੀ ਮੈਂ ਇੱਥੇ ਇਹ ਨਹੀਂ ਕਹਿੰਦੀ ਹੈਗੀ ਕਿ ਤੁਸੀਂ ਇੰਗਲਿਸ਼ 'ਚ ਗੱਲ ਬਿਲਕੁਲ ਨਾ ਕਰੋ, ਕਿਉਂਕਿ ਫੇਰ ਗੱਲਬਾਤ ਇਹ ਆ ਜਾਂਦੀ ਹੈ ਕਿ ਕਈ ਬੱਚੇ ਇਸ ਤਰ੍ਹਾਂ ਦੇ ਵੀ ਨੇ ਜਿਨ੍ਹਾਂ ਨੂੰ ਲੱਗਣ ਲੱਗ ਜਾਂਦਾ ਹੈ ਕਿ ਸ਼ਾਇਦ ਸਾਡੇ ਮਾਪਿਆਂ ਨੂੰ ਇੰਗਲਿਸ਼ ਆਉਂਦੀ ਹੀ ਨਹੀਂ। ਇਹਦੀ ਇੱਕ ਬਿਲਕੁਲ ਉਦਾਹਰਣ ਮੈਂ ਤੁਹਾਡੇ ਨਾਲ ਅਗਲੀ ਹੀ ਸਾਂਝੀ ਕਰਾਂਗੀ। ਸਾਡੇ ਜਾਣਕਾਰੀ ਪਰਿਵਾਰ ਹੈ ਤੇ ਉਹ ਬੱਚੇ ਛੋਟੇ ਨੇ ਜੀ, ਤੇ ਉਹ ਘਰ ਦੇ ਵਿੱਚ ਉਹ ਬੱਚਿਆਂ ਦਾ ਜਿਹੜਾ ਫਾਦਰ ਹੈ ਉਹਨਾਂ ਦੇ ਨਾਲ ਪੰਜਾਬੀ 'ਚ ਹੀ ਗੱਲ ਕਰਦਾ ਤੇ ਉਹ ਬੱਚਿਆਂ ਦੀ ਅੰਡਰਸਟੈਂਡਿੰਗ ਇਹ ਰਹੀ ਹੁਣ ਤੱਕ। ਬੇਟੀ ਉਹਨਾਂ ਦੀ ਥੋੜੀ ਵੱਡੀ ਸੀ, ਬੇਟਾ ਥੋੜਾ ਜ਼ਿਆਦਾ ਛੋਟਾ ਸੀ। ਉਹਨੂੰ ਇਹ ਲੱਗਿਆ ਉਹਨਾਂ ਦੇ ਘਰ ਕੋਈ ਰਿਸ਼ਤੇਦਾਰ ਆਏ ਤੇ ਉਹ ਬੱਚੇ ਨੇ ਇੰਗਲਿਸ਼ 'ਚ ਉਹਦੇ ਨਾਲ ਗੱਲ ਕੀਤੀ, ਪਰ ਉਹ ਉਹਨਾਂ ਦੇ ਫਾਦਰ ਨੇ ਕੋਈ ਜਵਾਬ ਨਹੀਂ ਦਿੱਤਾ, ਇਸ ਲਈ ਕਿ ਬਈ ਇਹ ਪੰਜਾਬੀ 'ਚ ਪੁੱਛਣ ਤੇ ਮੈਂ ਜਵਾਬ ਦੇਵਾਂ। ਹਾਲਾਂਕਿ ਉਹਦੀ ਇੰਗਲਿਸ਼ ਦੇ ਵਿੱਚ ਬੜੀ ਸੋਹਣੀ ਪਕੜ ਹੈ, ਪਰ ਉਹ ਬੱਚੇ ਨੇ ਜਿਹਦੇ ਫਾਦਰ ਸੀ ਉਹਨੇ ਆਪਣੇ ਫਰੈਂਡ ਨੂੰ ਕਿਹਾ ਕਿ ਐਕਚੁਅਲੀ ਮੇਰੇ ਫਾਦਰ ਨੂੰ ਇੰਗਲਿਸ਼ ਨਹੀਂ ਆਉਂਦੀ, ਬਈ ਤੂੰ ਪੰਜਾਬੀ 'ਚ ਹੀ ਗੱਲ ਕਰ। ਪਰ ਕਿਸੇ ਬਹਾਨੇ ਦੇ ਨਾਲ ਹੀ ਸਹੀ ਉਹ ਬੱਚਾ ਪੰਜਾਬੀ 'ਚ ਗੱਲ ਕਰ ਰਿਹਾ ਨਾ, ਸਿੱਖ ਰਿਹਾ। ਬਿਲਕੁਲ ਬਿਲਕੁਲ ਸਹੀ ਗੱਲ। ਆਪਣੇ ਬਾਪ ਦੇ ਨਾਲ ਪੰਜਾਬੀ 'ਚ ਗੱਲ ਕਰਦਾ ਹੈ। ਹੁਣ ਸਾਡੀ ਭਾਸ਼ਾ ਦੇ ਵਿੱਚ, ਬੋਲੀ ਦੇ ਵਿੱਚ ਵਰਡ ਇੰਨੇ ਜ਼ਿਆਦਾ ਰਲ ਗਏ ਨੇ, ਦੇਖੋ ਵਰਡ ਜੀ ਜਾਂ ਫਾਦਰ, ਇਹ ਗੱਲਾਂ ਜਿਹੜੀਆਂ ਬਹੁਤ ਆਪ ਮੁਹਾਰੇ ਮੂੰਹ ਦੇ ਵਿੱਚੋਂ ਬਿਲਕੁਲ ਨਿਕਲ ਜਾਂਦੀਆਂ ਨੇ। ਹਾਂ, ਤੇ ਇਹ ਕੋਈ ਮਾੜਾ ਵੀ ਨਹੀਂ ਆ ਕਿਉਂਕਿ ਅਸੀਂ, ਸਾਡਾ ਸੁਭਾਅ ਆ ਕਿ ਹਰ ਚੀਜ਼ ਨੂੰ ਅਸੀਂ ਆਪਣੇ ਅੰਦਰ ਸਮੇਟ ਲੈਂਦੇ ਆ, ਤੇ ਕਿਸੇ ਵੀ ਭਾਸ਼ਾ ਨੂੰ ਸਿੱਖਣਾ ਜਾਂ ਕਿਸੇ ਭਾਸ਼ਾ ਦੇ ਕੁਝ ਵਰਡਸ ਨੂੰ ਯੂਜ਼ ਕਰ, ਮੇਰੇ ਖਿਆਲ ਨਾਲ ਪੰਜਾਬੀ ਭਾਸ਼ਾ ਦੇ ਵਿੱਚ ਆਪ ਮੁਹਾਰੇ ਬਹੁਤ ਜ਼ਿਆਦਾ ਸ਼ਬਦ ਨੇ ਜਿਹੜੇ ਅਸੀਂ ਵੱਖਰੀਆਂ ਵੱਖਰੀਆਂ ਭਾਸ਼ਾਵਾਂ ਤੋਂ ਲਏ ਵੀ ਹੋਏ ਨੇ, ਹੈਨਾ। ਬਿਲਕੁਲ, ਪੰਜਾਬੀ ਦੇ ਵਿੱਚ ਬਹੁਤ ਸਾਰੇ ਲਫ਼ਜ਼ ਜਿਹੜੇ ਨੇ ਉਹ ਫਾਰਸੀ ਤੋਂ, ਉਰਦੂ ਤੋਂ ਵੀ ਆਏ ਨੇ। ਬੋਲਣ ਵਾਲੀ ਜਿਹੜੀ ਭਾਸ਼ਾ ਹੈ ਉਹ ਸ਼ਾਇਦ ਇੰਨੀ ਛੇਤੀ ਨਹੀਂ ਜਾਏਗੀ, ਪਰ ਸਾਡੀ ਲਿਪੀ ਨੂੰ ਜ਼ਰੂਰ ਖਤਰਾ ਹੋ ਸਕਦਾ ਹੈ। ਬਿਲਕੁਲ ਜੀ, ਬਿਲਕੁਲ।
ਲਿਖਣ ਦੇ ਵਿੱਚ ਵੀ ਸਾਡੇ ਬੱਚਿਆਂ ਦੀ ਜਿਹੜੀ ਉਨੀ ਕੁ ਮੁਹਾਰਤ ਚਾਹੀਦੀ ਹੈ। ਜਿਵੇਂ ਅਸੀਂ ਫਿਕਰ ਕਰਦੇ ਹਾਂ ਨਾ ਕਿ ਬੋਲਣ ਦੇ ਲਈ ਬੱਚੇ ਜਿਹੜੇ ਨੇ ਉਹ ਟ੍ਰੇਨਡ ਹੋਣ, ਬਿਲਕੁਲ ਸਮਝਣ। ਸਭ ਤੋਂ ਪਹਿਲੀ ਗੱਲ ਬੋਲਣ ਸਮਝਣ ਦੀ ਹੀ ਆਉਂਦੀ ਹੈ, ਸਭ ਤੋਂ ਪਹਿਲਾਂ ਇਸ ਲਿਪੀ ਨੂੰ ਲਿਖਣ ਪੜ੍ਹਨ ਵਾਲੇ ਵੀ ਜਿਹੜੇ ਨੇ ਸਾਨੂੰ ਉਹ ਵੀ ਬਹੁਤ ਜ਼ਰੂਰੀ ਹੈ, ਉਹਨਾਂ ਨੂੰ ਸਿਖਾਉਣੀ ਪਏਗੀ ਤਾਂ ਕਿ ਸਾਡੀਆਂ ਚੀਜ਼ਾਂ ਜਿਹੜੀਆਂ ਨੇ ਪੰਜਾਬੀ ਭਾਸ਼ਾ ਦੇ ਵਿੱਚ ਡਾਕੂਮੈਂਟ ਵੀ ਹੋ ਸਕਣ ਆਉਂਦੇ ਸਮਿਆਂ ਦੇ ਵਿੱਚ। ਬਿਲਕੁਲ ਸਹੀ ਗੱਲ, ਭਾਵੇਂ ਕਿ ਡਿਜੀਟਲ ਹੋ ਗਿਆ ਸਾਰਾ ਕੁਝ, ਰਿਕਾਰਡਿੰਗਸ ਕੀਤੀਆਂ ਜਾ ਸਕਦੀਆਂ ਨੇ, ਪਰ ਫਿਰ ਵੀ ਸਾਡੀ ਜਿਹੜੀ ਲਿਪੀ ਹੈ ਇਹਨੂੰ ਲਿਖਣ ਪੜ੍ਹਨ ਵਾਲਿਆਂ ਦੀ ਬੜੀ ਜ਼ਰੂਰਤ ਹੈ। ਬਿਲਕੁਲ ਸਹੀ। ਸਾਹਿਤਕਾਰ ਕਿੱਥੋਂ ਪੈਦਾ ਹੋਣਗੇ? ਆਪਾਂ ਲਿਖਣ ਦੀ ਗੱਲ ਕਰਦੇ ਆ ਨਾ, ਜਦੋਂ ਅਸੀਂ ਡਿਜੀਟਲ ਮੀਡੀਆ ਦੀ ਤੁਸੀਂ ਗੱਲ ਕੀਤੀ ਆ, ਤੇ ਅੱਜ ਕੱਲ ਸਾਰਾ ਕੁਝ ਈਵਨ ਦੋ ਕਿ ਜਿਹੜੇ ਆਪਣੇ ਪੇजेस ਨੇ ਜਾਂ ਕਿੰਨਾ ਕੁਝ ਬਣਿਆ ਹੋਇਆ ਨਾ, ਆਪਾਂ ਪੰਜਾਬੀ ਭਾਸ਼ਾ ਲਿਖਦੇ ਆ। ਪੰਜਾਬੀ ਭਾਸ਼ਾ ਲਿਖਦੇ ਹੋਏ ਇਹ ਵੀ ਜ਼ਰੂਰੀ ਹੈ ਕਿ ਉਹ ਸਹੀ ਲਿਖੀ ਜਾਵੇ, ਹੈ ਨਾ। ਜਦੋਂ ਕਿਉਂਕਿ ਜਿਹੜਾ ਡਿਜੀਟਲ ਆਪਾਂ ਮੀਡੀਆ ਦੀ ਗੱਲ ਕਰਦੇ ਆ, ਜਦੋਂ ਆਪਾਂ ਫੋਨ ਜਾਂ ਕੰਪਿਊਟਰਸ ਯੂਜ਼ ਕਰਦੇ ਆ ਨਾ, ਜਦੋਂ ਆਪਾਂ ਉਹਦੇ ਤੇ ਕੋਈ ਭਾਸ਼ਾ ਲਿਖਦੇ ਆ ਤੇ ਉਹਦੇ ਤੇ ਕੀ ਹੁੰਦਾ ਹੈ ਕਿ ਜਿਹੜੇ ਲਫ਼ਜ਼, ਜਿਹੜੇ ਸ਼ਬਦ ਅਸੀਂ ਯੂਜ਼ ਕਰਦੇ ਆ, ਉਹ ਬੈਕ ਐਂਡ ਤੇ ਜਿਹੜੇ ਆਈਟੀ ਦਾ ਬਹੁਤ ਵੱਡਾ ਜਿਹੜਾ ਉਹ ਖੇਤਰ ਹੈ, ਉਹਦੇ ਇੱਥੇ ਜਾ ਕੇ ਉਹ ਸੇਵ ਹੋ ਜਾਂਦੇ ਨੇ। ਜਿਵੇਂ ਮੈਂ ਬੜੀ ਛੋਟੀ ਜੀ ਗੱਲ ਕਰਦੀ ਆ ਭਾਜੀ ਦੀ, ਹੈ ਨਾ। ਆਪਾਂ ਭਾਜੀ ਲਿਖਦੇ ਆ ਨਾ, ਜਦੋਂ ਆਪਾਂ ਕਈ ਲੋਕ ਉਹਨੂੰ ਪਾਜੀ ਲਿਖ ਦਿੰਦੇ ਨੇ, ਪੱਪੇ ਦੇ ਨਾਲ, ਤੇ ਉਹ ਕੀ ਹੋਣਾ ਹੈ ਕਿ ਜਦੋਂ ਤੁਸੀਂ ਉਸ ਵਰਡ ਨੂੰ ਬਹੁਤ ਵਾਰੀ ਯੂਜ਼ ਕਰ ਲਿਆ ਨਾ, ਉਹ ਤੁਹਾਡੇ ਆਪਣੇ ਕੀਬੋਰਡ ਦੇ ਵਿੱਚ ਹੀ ਐਡ ਹੋ ਜਾਂਦਾ ਆ, ਹੈ ਨਾ। ਉਹ ਆਪਣੇ ਆਪ ਹੀ ਰეკਮੈਂਡੇਸ਼ਨ ਚ ਆ ਜਾਂਦਾ। ਜਦੋਂ ਤੁਸੀਂ ਪੀ ਵੀ ਲਿਖੋਗੇ ਆਪਣੇ ਆਪ, ਤੁਸੀਂ ਪਾਜੀ ਤਾਂ ਨਹੀਂ ਲਿਖਣਾ। ਤੇ ਸੋਚੋ ਕਿ ਤੁਹਾਡੀ ਜਿਹੜੀ ਭਾਸ਼ਾ ਆ ਉਹਦੇ ਗਲਤ ਸ਼ਬਦ ਤੁਹਾਡੇ ਫੋਨ ਐਡ ਕਰ ਰਿਹਾ ਆ, ਹੈ ਨਾ, ਆਪਣੀ ਮੈਮਰੀ ਦੇ ਵਿੱਚ। ਤੇ ਉਹ ਜਦੋਂ ਆਪਾਂ ਲਿਖਣ ਦੀ ਗੱਲ ਕਰਦੇ ਤੇ ਉਹ ਤੇ ਜ਼ਰੂਰੀ ਹੈ ਡੈਫੀਨਿਟਲੀ। ਜਦੋਂ ਤਾਂ ਸ਼ੁਰੂਆਤੀ ਦੌਰ ਆ ਬੱਚੇ ਦਾ, ਉੱਥੇ ਉਹ ਗਲਤੀਆਂ ਕਰਦਾ, ਉੱਥੇ ਸੁਧਾਰੀ ਜਾ ਸਕਦੀ ਆ। ਪਰ ਜਦੋਂ ਅਸੀਂ ਬਿਲਕੁਲ ਪੜ੍ਹੇ ਲਿਖੇ ਹੋ ਕੇ ਜਦੋਂ ਗਲਤੀਆਂ ਕਰਦੇ ਆ, ਸੋ ਜਦੋਂ ਲਿਖਣ ਦੀ ਗੱਲ ਆ ਜਾਂਦੀ ਹੈ ਤੇ ਮੇਰੇ ਖਿਆਲ ਨਾਲ ਲਿਖਣੀ ਸਿਖਾਉਣੀ ਤੇ ਸਹੀ ਲਿਖਣੀ ਸਿਖਾਉਣੀ ਵੀ ਬਹੁਤ ਜ਼ਰੂਰੀ ਹੈ। ਮੇਰੇ ਖਿਆਲ ਇੱਥੇ ਸਿਰਫ ਸਾਨੂੰ ਅਵੇਅਰਨੈਸ ਦੀ ਲੋੜ ਹੈ। ਜੀ ਬਿਲਕੁਲ। ਜਿੱਥੇ ਅਸੀਂ ਜਿਵੇਂ ਤੁਸੀਂ ਪਾਜੀ ਦੀ ਗੱਲ ਕੀਤੀ ਹੈ ਨਾ, ਪੀ ਦੇ ਨਾਲ ਬਹੁਤ ਸਾਰੇ ਸ਼ਬਦ ਨੇ, ਕਿਉਂਕਿ ਪੱਪੇ ਤੇ ਭੱਬੇ ਦਾ ਜਿਹੜਾ ਅੰਤਰ ਹੈ ਸਾਨੂੰ ਸਮਝਣਾ ਪਏਗਾ, ਬਿਲਕੁਲ। ਫਿਰ ਹੀ ਅਸੀਂ ਅਗਲੀ ਪੀੜ੍ਹੀ ਨੂੰ ਸਮਝਾ ਸਕਾਂਗੇ। ਚੱਚੇ ਤੇ ਛੱਛੇ ਦਾ ਸਾਨੂੰ ਜਿਹੜਾ ਫਰਕ ਹੈ, ਕੁਝ ਸਾਲ ਪਹਿਲਾਂ ਤੱਕ ਜੇ ਮੈਂ ਆਪਣੀ ਗੱਲ ਕਰਾਂ ਤੇ ਮੈਨੂੰ ਡੈਫੀਨਿਟਲੀ ਕਈ ਵਾਰੀ ਤੁਸੀਂ ਬੇਧਿਆਨੀ ਦੇ ਵਿੱਚ ਛੱਛੇ ਨੂੰ ਸੱਸੇ ਦੇ ਪੈਰ ਬਿੰਦੀ ਵਾਲਾ ਸ਼ਾ ਬੋਲ ਦਿੰਦੇ। ਮੈਂ ਖੁਦ ਇਹ ਬੋਲਦੀ ਸੀ ਤੇ ਮੈਨੂੰ ਪਰਮਿੰਦਰ ਭਾਜੀ ਨੇ, ਮੈਂ ਰੇਡੀਓ ਸਪਾਈਸ ਤੇ ਜਿਵੇਂ ਪ੍ਰੋਗਰਾਮ ਦੇ ਵਿੱਚ ਇਦਾਂ ਯੂਜ਼ ਕੀਤਾ ਤੇ ਉਹਨਾਂ ਨੇ ਮੈਨੂੰ ਟੋਕਿਆ। ਸੋ ਇਹ ਚੀਜ਼ਾਂ ਫਿਰ ਤੁਹਾਡੇ ਦਿਮਾਗ ਦੇ ਵਿੱਚ ਮੈਨੂੰ ਲੱਗਦਾ ਬਹਿ ਜਾਂਦੀ ਨੇ, ਫਿਰ ਤੁਸੀਂ ਨੇੜਿਓਂ ਦੇਖਦੇ ਹੋ। ਬਿਲਕੁਲ ਬਿਲਕੁਲ। ਇੱਥੇ ਆ ਚੀਜ਼ ਮੇਰੀ ਗਲਤ ਹੈ, ਮੈਨੂੰ ਸੁਧਾਰਨਾ ਤੇ ਸਾਰੀ ਉਮਰ ਤਾਂ ਬੰਦਾ ਸਿੱਖਦਾ ਹੀ ਰਹਿੰਦਾ। ਬਿਲਕੁਲ ਸਿੱਖਦਾ ਰਹਿੰਦਾ। ਫਿਰ ਉਸ ਤੋਂ ਬਾਅਦ ਮੈਂ ਆਪਣੇ ਹੋਰ ਵੀ ਬਹੁਤ ਸਾਰੇ ਸ਼ਬਦਾਂ ਤੇ ਬਹੁਤ ਸਾਰੇ ਲਫ਼ਜ਼ਾਂ ਤੇ ਕਿਵੇਂ ਉਹਨਾਂ ਨੂੰ ਅਸੀਂ ਬੋਲਦੇ ਆ, ਕਿਵੇਂ ਬੋਲਣਾ ਚਾਹੀਦਾ, ਫਿਰ ਮੈਂ ਤਵੱਜੋ ਦਿੱਤੀ। ਬਿਲਕੁਲ ਸਹੀ। ਸੋ ਮੈਨੂੰ ਲੱਗਦਾ ਕਿ ਜੇ ਅਸੀਂ ਸਾਰੇ ਆਪਣੇ ਇੱਕ ਇੱਕ ਦੋ ਦੋ ਕਰਕੇ ਲਫ਼ਜ਼ ਸੁਧਾਰ ਲਈਏ ਤੇ ਸ਼ਾਇਦ ਸਾਨੂੰ ਸੌਖਾ ਹੋ ਜੂ। ਪਰ ਉਹਦੇ ਲਈ ਸਾਨੂੰ ਆਪਣੇ ਫਰੈਂਡ ਸਰਕਲ ਦੇ ਵਿੱਚ, ਆਪਣੇ ਰਿਲੇਟਿਵਸ ਦੇ ਵਿੱਚ, ਜਿਹੜੇ ਸਾਡੇ ਸਰਕਲ 'ਚ ਨੇ ਸਾਰੇ, ਸਾਨੂੰ ਇੱਕ ਦੂਜੇ ਨੂੰ ਦੱਸਣਾ ਪਏਗਾ। ਮੇਰੇ ਖਿਆਲ ਸਾਡਾ ਇੰਨਾ ਕੁ ਫਰਜ਼ ਤਾਂ ਜ਼ਰੂਰ ਬਣਦਾ ਹੈ। ਬਿਲਕੁਲ ਬਣਦਾ ਵੀ ਹੈ। ਤੇ ਜਦੋਂ ਤੁਹਾਨੂੰ ਕੋਈ ਦੱਸ ਰਿਹਾ ਆ ਨਾ ਕਿ ਜਦੋਂ ਜਿਵੇਂ ਤੁਸੀਂ ਕੋਈ ਗਲਤ ਲਫ਼ਜ਼ ਯੂਜ਼ ਕਰ ਲਿਆ ਜਾਂ ਮੈਂ ਕਰ ਲਿਆ, ਜੇ ਤੁਸੀਂ ਮੈਨੂੰ ਉਹ ਗਲਤੀ ਦੱਸਤੀ ਕਿ ਇਹ ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਨਹੀਂ, ਤੇ ਕਈ ਵਾਰੀ ਮੈਂ ਦੇਖਦੇ ਹਾਂ ਕਿ ਸਾਡੇ ਦੋਸਤ ਨੇ ਉਹ ਕਈ ਵਾਰੀ ਗੁੱਸਾ ਵੀ ਕਰ ਜਾਂਦੇ ਨੇ ਕਿ ਤੂੰ ਗਲਤੀਆਂ ਕੱਢਦੀ ਆ, ਜਾਂ ਫਿਰ ਆਪਾਂ ਜੇ ਕਿਸੇ ਹੋਰ ਦੀ ਵੀ ਕੱਢੀਏ ਤਾਂ ਨਾ, ਤੇ ਉਹਨੂੰ ਮੈਂ ਕਹਿੰਦੀ ਹਾਂ ਖਿੜੇ ਮੱਥੇ ਜੇ ਆਪਾਂ ਲਈਏ ਨਾ, ਕਿ ਕਿਉਂਕਿ ਇਹ ਗੱਲ ਮਸਲਾ ਜਿਹੜਾ ਉਹ ਭਾਸ਼ਾ ਦਾ ਆ, ਸਾਡੀ ਮਾਂ ਬੋਲੀ ਦਾ ਆ, ਤੇ ਜੇ ਸਾਨੂੰ ਕੋਈ ਗਲਤੀਆਂ ਦੱਸ ਰਿਹਾ ਤੇ ਉਸ ਨੂੰ ਗੁੱਸੇ ਹੋਣ ਦੀ ਬਜਾਏ ਮੇਰੇ ਖਿਆਲ ਨਾਲ ਉਸ ਚੀਜ਼ ਦਾ ਤਾਂ ਸ਼ੁਕਰਾਨਾ ਕਰਨਾ ਚਾਹੀਦਾ ਆ। ਆਪਾਂ ਮੇਰੇ ਖਿਆਲ ਪਹਿਲਾਂ ਵੀ ਇਹ ਜ਼ਿਕਰ ਕਰ ਚੁੱਕੇ ਹਾਂ ਕਿ ਇਹ ਅਸੀਂ ਇਹ ਜਿਹੜੇ ਸੋਸ਼ਲ ਮੀਡੀਆ ਪਲੇਟਫਾਰਮਸ ਨੇ ਨਾ, ਇਹਨਾਂ ਨੂੰ ਕਈ ਵਾਰੀ ਆਪਣੀ ਪੜਾਸ ਕੱਢਣ ਦੇ ਲਈ ਵਰਤ ਲੈਂਦੇ ਆ। ਜੀ ਸੋ ਉਹਨੂੰ ਅਸੀਂ ਇੱਕ ਪੜਾਸ ਕੱਢਣ ਵਾਲਾ ਪਲੇਟਫਾਰਮ ਨਾ ਬਣਾ ਕੇ, ਜੇਕਰ ਅਸੀਂ ਕੰਮ ਦੀਆਂ ਗੱਲਾਂ ਨਹੀਂ ਕਰੀਏ, ਸਿੱਖਦੇ ਰਹੀਏ ਲਾਈਟ ਮੋਡ ਦੇ ਵਿੱਚ, ਜਿਵੇਂ ਅਸੀਂ ਆਪਣੇ ਭੈਣਾਂ ਭਰਾਵਾਂ ਦੇ ਨਾਲ, ਰਿਸ਼ਤੇਦਾਰਾਂ ਦੇ ਨਾਲ, ਆਪਣੇ ਫਰੈਂਡ ਸਰਕਲ ਦੇ ਵਿੱਚ ਗੱਲਾਂ ਬਾਤਾਂ ਕਰਦੇ ਹਾਂ, ਜੇ ਅਸੀਂ ਉਸ ਤਰੀਕੇ ਦੇ ਨਾਲ ਪੋਜ਼ਿਟਿਵ ਰੱਖਣਾ ਹੋਏ ਤੇ ਅਸੀਂ ਰੱਖ ਸਕਦੇ ਹਾਂ। ਬਹੁਤ ਕੁਝ ਸਿੱਖਿਆ ਜਾ ਸਕਦਾ ਹੈ। ਜੇ ਤੁਸੀਂ ਕੋਈ ਪੋਸਟ ਪਾ ਦਿੱਤੀ ਤੇ ਥੱਲੇ ਕਿਸੇ ਨੇ ਇੱਕ ਗਲਤ ਕਮੈਂਟ ਕਰ ਦਿੱਤਾ, ਇਹਦਾ ਮਤਲਬ ਇੰਜ ਥੋੜੀ ਕਿ ਮੈਂ ਭੜਕ ਜਾਵਾਂ ਉਹਦੇ ਤੇ। ਬਿਲਕੁਲ ਬਿਲਕੁਲ। ਇਹਦਾ ਮਤਲਬ ਇਹ ਵੀ ਹੋ ਸਕਦਾ ਹੈ ਕਿ ਜੇ ਇੱਕ ਨੂੰ ਮੇਰਾ ਕੋਈ ਵਿਚਾਰ ਚੰਗਾ ਨਹੀਂ ਲੱਗਿਆ, ਜ਼ਰੂਰੀ ਨਹੀਂ ਕਿ ਸਾਰਿਆਂ ਨੂੰ ਚੰਗਾ ਨਹੀਂ ਲੱਗਣਾ। ਸੋ ਬਾਕੀ ਜਿਹੜੇ ਭੈਣ ਭਰਾ ਮੈਨੂੰ ਜਾਣਦੇ ਨੇ, ਮੇਰੀ ਮਿੱਤਰ ਸੂਚੀ ਦੇ ਵਿੱਚ ਹੋਣਗੇ, ਉਹਨਾਂ ਦੇ ਕਮੈਂਟ ਵੀ ਮਾਇਨੇ ਰੱਖਣਗੇ ਕਿ ਜੇ ਇੱਕ ਬੰਦਾ ਇੱਕ ਤੁਹਾਡੇ ਉਲਟ ਰਾਏ ਰੱਖ ਲਿਆ ਤੇ ਹੋ ਸਕਦਾ ਕਿ ਕੋਈ ਇੱਕ ਬੰਦਾ ਤੁਹਾਡੇ ਹੱਕ ਦੇ ਵਿੱਚ ਵੀ ਰਾਏ ਰੱਖਦਾ ਹੋਵੇ। ਬਿਲਕੁਲ ਸਹੀ। ਤੇ ਹਰੇਕ ਨੂੰ ਵਿਚਾਰਾਂ ਦੀ ਆਜ਼ਾਦੀ ਹੁੰਦੀ ਹੈ। ਪਰ ਜਿੱਥੇ ਗੱਲ ਅਸੀਂ ਵਾਪਸ ਜੇ ਭਾਸ਼ਾ ਤੇ ਲਈਏ, ਬਾਬਾ ਬੇਲੀ ਹੋਰੀ ਆਏ ਸੀ ਪਿਛਲੇ ਦਿਨੀ ਤੇ ਉਹਨਾਂ ਨੇ ਖਾਸ ਜ਼ਿਕਰ ਕੀਤਾ, ਇੱਥੋਂ ਦੇਖ ਕੇ ਗਏ, ਜਿਵੇਂ ਸਿੱਖ ਹੈਰੀਟੇਜ ਸਕੂਲ ਦਾ ਪ੍ਰਬੰਧ ਦੇਖਿਆ ਉਹਨਾਂ ਨੇ ਇਸ ਗੱਲ ਨੂੰ ਬਹੁਤ ਐਪਰੀਸ਼ੀਏਟ ਕੀਤਾ, ਮੈਂਸ਼ਨ ਉਹਨਾਂ ਨੇ ਸਪੈਸ਼ਲ ਕੀਤਾ ਕਿ ਵਿਦੇਸ਼ਾਂ ਦੇ ਵਿੱਚ ਰਹਿੰਦਿਆਂ ਹੋਇਆਂ ਤੁਸੀਂ ਥੋੜਾ ਜ਼ਿਆਦਾ ਧਿਆਨ ਦੇ ਰਹੇ ਹੋ, ਹਾਲਾਂਕਿ ਪੰਜਾਬ ਦੇ ਵਿੱਚ ਇੰਨੀ ਜ਼ਿਆਦਾ ਇਸ ਚੀਜ਼ ਨੂੰ ਗੰਭੀਰਤਾ ਦੇ ਨਾਲ ਨਹੀਂ ਲਿਆ ਜਾ ਰਿਹਾ।
ਉਹਨਾਂ ਨੇ ਇਹ ਚੀਜ਼ ਕਹੀ ਸੀਗੀ ਕਿ ਜੇ ਭਾਸ਼ਾ ਜਿਉਂਦੀ ਰਹੀ ਤਾਂ ਮੇਰੇ ਖਿਆਲ ਨਾਲ ਬਾਹਰਲੇ ਦੇਸ਼ਾਂ ਦੇ ਵਿੱਚ ਪਹਿਲਾਂ ਜਿਉਂਦੀ ਰਹੇਗੀ, ਭਾਵੇਂ ਪੰਜਾਬ ਦੇ ਵਿੱਚ ਪੰਜਾਬੀ ਨਾ ਜਿਉਂਦੀ ਰਵੇ, ਹੈ ਨਾ। ਤੇ ਪੰਜਾਬ ਦੇ ਵਿੱਚ ਵੀ ਮੈਂ ਨਾ ਇਸ ਦੇ ਨਾਲ ਹੀ ਹਿੰਦੀ ਦੀ ਗੱਲ ਵੀ ਕਰਦੀ ਹਾਂ। ਆਪਣੇ ਅੱਜ ਕੱਲ੍ਹ ਹਿੰਦੀ ਨੂੰ ਜਿਹੜੇ ਪੰਜਾਬੀ ਨੇ ਉਹ ਨਫ਼ਰਤ ਹੀ ਕਰਨ ਲੱਗ ਗਏ ਨੇ, ਹੈ ਨਾ। ਉਹ ਨਫ਼ਰਤ ਦਾ ਮੇਰੇ ਖਿਆਲ ਨਾਲ ਉਹਨਾਂ ਨੇ ਬਹੁਤ ਵੱਡਾ ਮਸਲਾ ਬਣਾਤਾ ਆ। ਮਸਲਾ ਉਹਨਾਂ ਨੇ ਨਹੀਂ ਬਣਾਇਆ, ਮਸਲਾ ਕਿਸੇ ਹੋਰ ਨੇ ਬਣਾਇਆ, ਜਿਹਦੇ ਕਰਕੇ ਇੱਕ ਬਹੁਤ ਵੱਡੀ ਜਿਹੜੀ ਸਾਡੀ ਸੰਖਿਆ ਆ, ਜਿਹੜੇ ਬਹੁਤ ਵੱਡੇ ਨੰਬਰ ਤੇ ਲੋਕ ਨੇ, ਉਹ ਹਿੰਦੀ ਨੂੰ ਨਫ਼ਰਤ ਹੀ ਕਰਨ ਲੱਗ ਗਏ ਨੇ, ਹੈ ਨਾ। ਮੈਨੂੰ ਲੱਗਦਾ ਕਿ ਹਾਂ, ਜਦੋਂ ਜ਼ਬਰਦਸਤੀ ਕਿਸੇ ਚੀਜ਼ ਨੂੰ ਥੋੜਾ ਜਿਹਾ ਜ਼ਿਆਦਾ ਤਵੱਜੋ ਦਿੱਤੀ ਜਾਣ ਲੱਗਦੀ ਹੈ, ਅਸੀਂ ਸਹੀ ਢੰਗ ਦੇ ਨਾਲ ਕਈ ਵਾਰੀ ਗੱਲਾਂ ਨੂੰ ਨਹੀਂ ਨਜਿੱਠ ਪਾਉਂਦੇ। ਬਿਲਕੁਲ। ਰਾਦਰ ਦੈਨ ਕਿ ਅਸੀਂ ਉਸ ਚੀਜ਼ ਨਾਲ ਨਫ਼ਰਤ ਕਰੀਏ, ਸਾਨੂੰ ਤਰੀਕੇ ਦੇ ਨਾਲ ਉਹਨੂੰ ਨਜਿੱਠ ਲੈਣਾ ਚਾਹੀਦਾ। ਕਿਉਂਕਿ ਜਿਹੜੀ ਜੇਕਰ ਹਿੰਦੀ ਭਾਸ਼ਾ ਦੀ ਗੱਲ ਹੈ, ਉਹ ਇੱਕ ਅਲੱਗ ਭਾਸ਼ਾ ਹੈ। ਹਾਂ, ਅਸੀਂ ਜੇ ਪੰਜਾਬ ਤੋਂ ਬਾਹਰ ਕਿਸੇ ਹੋਰ ਸਟੇਟ 'ਚ ਜਾਣਾ ਤੇ ਹਾਂ, ਸਾਨੂੰ ਉਸ ਭਾਸ਼ਾ ਦੀ ਲੋੜ ਪਏਗੀ ਦੂਜੀਆਂ ਸਟੇਟਸ ਦੇ ਨਾਲ ਆਪਣੇ ਵਿਚਾਰ ਆਦਾਨ ਪ੍ਰਦਾਨ ਕਰਨ 'ਚ। ਪਰ ਹਾਂ, ਜਿੱਥੇ ਮਾਂ ਬੋਲੀ ਦੀ ਗੱਲ ਆਉਂਦੀ ਹੈ, ਮਾਂ ਬੋਲੀ ਸਾਡੀ ਜਿਹੜੀ ਉਹ ਪਹਿਲ ਦੇ ਆਧਾਰ ਤੇ, ਜਿਵੇਂ ਅਸੀਂ ਗੱਲ ਕੀਤੀ ਕਿ ਮਾਂ ਬੋਲੀ ਜੇਕਰ ਬੱਚੇ ਨੂੰ ਪ੍ਰੋਪਰ ਆਉਂਦੀ ਹੈ ਤੇ ਉਹ ਜ਼ਿਆਦਾ ਕੌਨਫੀਡੈਂਟ ਹੋਏਗਾ। ਅਸੀਂ ਜਿੱਥੋਂ ਤੱਕ ਗੱਲ ਵਿਦੇਸ਼ਾਂ ਦੀ ਤੇ ਹੁਣ ਪੰਜਾਬ ਦੀ ਕਰ ਰਹੇ ਹਾਂ ਜਸਪ੍ਰੀਤ, ਇਨਸਾਨ ਦਾ ਇੱਕ ਜਿਹੜਾ ਉਹ ਸੁਭਾਅ ਹੋ ਜਾਂਦਾ, ਇੱਕ ਫਿਤਰਤ ਹੈ ਮਨੁੱਖ ਦੀ ਕਿ ਜਿਵੇਂ ਜਿਵੇਂ ਸਾਡੀ ਕਿਸੇ ਚੀਜ਼ ਤੋਂ ਦੂਰੀ ਪਈ, ਸਾਨੂੰ ਉਹਦੀ ਅਹਿਮੀਅਤ ਅਹਿਸਾਸ ਹੋਇਆ। ਬਿਲਕੁਲ ਸਹੀ। ਅਸੀਂ ਘਰ ਛੱਡੇ, ਘਰਾਂ ਤੋਂ ਦੂਰ ਹੋਏ ਤੇ ਸਾਨੂੰ ਪਰਿਵਾਰਾਂ ਬਾਰੇ ਪਤਾ ਲੱਗਾ। ਬਿਲਕੁਲ। ਸਾਡੇ ਭੈਣਾਂ ਭਰਾਵਾਂ ਦੇ ਰਿਸ਼ਤੇ ਜਿਹੜੇ ਨੇ ਉਹ ਸਾਡੇ ਲਈ ਕਿੰਨੇ ਜ਼ਰੂਰੀ ਨੇ। ਹਾਲਾਂਕਿ ਇਕੱਠਿਆਂ ਰਹਿ ਕੇ ਭਾਵੇਂ ਅਸੀਂ ਬਹੁਤ ਲੜੇ, ਸਹੀ ਗੱਲ ਹੈ। ਇਸੇ ਤਰ੍ਹਾਂ ਜਦੋਂ ਅਸੀਂ ਦੂਰ ਆਏ, ਸਾਨੂੰ ਲੱਗਿਆ ਕਿ ਸਾਡਾ ਸੱਭਿਆਚਾਰ, ਸਾਡੀ ਜਿਹੜੀ ਜੀਵਨ ਜਾਚ, ਸਾਡਾ ਪੇਂਡੂ ਧਰਾਤਲ, ਇਹ ਸਾਰੀਆਂ ਚੀਜ਼ਾਂ ਅਸੀਂ ਮਿਸ ਕਰਦੇ ਸੀ। ਜੀ ਬਿਲਕੁਲ ਸਹੀ। ਸ਼ਾਇਦ ਤਾਂ ਇੱਥੇ ਵਸੇ ਹੋਏ ਜਿਹੜੇ ਪੰਜਾਬੀ ਨੇ, ਉਹਨਾਂ ਨੇ ਇਹ ਫਿਕਰ ਕਰਦਿਆਂ ਹੋਇਆ ਇਹਨੂੰ ਗੰਭੀਰਤਾ ਨਾਲ ਲਿਆ ਕਿ ਅਗਲੀ ਪੀੜ੍ਹੀ ਤੱਕ ਇਹਨੂੰ ਪੁੱਜਦਾ ਕਰ ਸਕੀਏ। ਤੁਸੀਂ ਪੇਂਡੂ ਦੀ ਗੱਲ ਕੀਤੀ, ਸੌਰੀ ਮੈਂ ਤੁਹਾਨੂੰ ਟੋਕਤਾ, ਮੈਨੂੰ ਗੱਲ ਚੇਤੇ ਆ ਗਈ ਵੀ ਜਦੋਂ ਆਪਾਂ ਪੰਜਾਬ 'ਚ ਰਹਿੰਦੇ ਹੁੰਦੇ ਸੀਗੇ, ਜਿਹੜੇ ਸ਼ਹਿਰ 'ਚ ਪਲੀਆਂ ਹੋਈਆਂ ਕੁੜੀਆਂ ਨੇ, ਹਨਾ, ਜਦੋਂ ਅਸੀਂ ਸ਼ਹਿਰ 'ਚ ਰਹਿੰਦੇ, ਜਦੋਂ ਉੱਥੇ ਕੋਈ ਕਹਿ ਦਿੰਦਾ ਸੀਗਾ ਨਾ ਤੂੰ ਤਾਂ ਪੇਂਡੂ ਜਿਹੀ ਆ, ਉੱਥੇ ਉਹ ਕੁੜੀ ਨੂੰ ਗੁੱਸਾ ਲੱਗ ਜਾਂਦਾ ਸੀਗਾ, ਦੁੱਖ ਹੁੰਦਾ ਸੀ, ਹਨਾ, ਕਿ ਮੈਨੂੰ ਪੇਂਡੂ ਕਹਿਤਾ। ਤੇ ਜਦੋਂ ਅਸੀਂ ਇੱਥੇ ਬੈਠੇ ਆ, ਇਸ ਧਰਤੀ ਤੇ ਬੈਠੇ ਆ, ਜਦੋਂ ਸਾਨੂੰ ਕੋਈ ਕਹਿ ਦਿੰਦਾ ਨਾ ਤੂੰ ਪੇਂਡੂ ਜੀ ਆ, ਸਾਨੂੰ ਬੜਾ ਮਾਣ ਮਹਿਸੂਸ ਹੁੰਦਾ ਆਪਣੇ ਆਪ ਤੇ ਕਿ ਸਾਨੂੰ ਪਿੰਡ ਦੀ ਕੁੜੀ ਕਹਿਤਾ, ਹਨਾ। ਕੁੜੀ ਮੁੰਡੇ ਵੀ ਆਪਣਾ ਨੂੰ ਪੇਂਡੂ ਖਾ ਕੇ, ਕਈਆਂ ਗੱਡੀਆਂ ਦੀ ਨੰਬਰ ਪਲੇਟ ਪੇਂਡੂ ਹੈ ਲਈ ਹੋਈ ਆ। ਸਹੀ ਗੱਲ ਹੈ। ਮੈਨੂੰ ਲੱਗਦਾ ਕਿ ਇਹ ਵਾਕਈ ਸਾਨੂੰ ਇਹਨਾਂ ਚੀਜ਼ਾਂ ਦੇ ਲਈ ਫਿਰ ਮਾਣ ਮਹਿਸੂਸ ਹੁੰਦਾ। ਬਿਲਕੁਲ ਸਹੀ ਹੈ। ਸਾਡਾ ਪਿਛੋਕੜ ਆ। ਇਹ ਸਾਰਾ ਕੁਝ ਜਿਹੜਾ ਅਸੀਂ ਇੱਕ ਪਾਸੇ ਰੱਖਦੇ ਹੋਏ ਜੇਕਰ ਵਾਪਸ ਉਸ ਆਪਣੇ ਵਿਸ਼ੇ ਤੇ ਆਉਂਦੇ ਆ, ਪੰਜਾਬ ਦੀ ਅਸੀਂ ਗੱਲ ਕਰਦੇ ਹਾਂ, ਉੱਥੇ ਜਿਵੇਂ ਜਸਪ੍ਰੀਤ ਪਿਛਲੇ ਦਿਨੀ ਖਬਰਾਂ ਦੇ ਵਿੱਚ ਵੀ ਆਇਆ, ਅਸੀਂ ਬਹੁਤ ਵਾਰੀ ਹੋਰ ਵੀ ਸਾਰੇ ਪਲੇਟਫਾਰਮਸ ਤੇ ਡਿਸਕਸ ਵੀ ਕੀਤਾ ਕਿ ਪੰਜਾਬੀ ਬੋਲਣ ਤੇ ਬੱਚਿਆਂ ਨੂੰ ਜੁਰਮਾਨਾ ਕੀਤਾ ਜਾ ਰਿਹਾ ਹੈ, ਜਾਂ ਫਿਰ ਘਰਾਂ ਦੇ ਵਿੱਚ ਵੀ ਉੱਥੇ ਸ਼ਾਇਦ ਕੁਝ ਪਰਿਵਾਰਾਂ ਦੇ ਵਿੱਚ ਇਹ ਮਾਹੌਲ ਹੋ ਗਿਆ, ਉਹਨਾਂ ਨੂੰ ਲੱਗਦਾ ਕਿ ਜੇਕਰ ਸਾਡੇ ਬੱਚੇ ਆਏ ਗਏ ਦੇ ਨਾਲ ਵੀ ਇੰਗਲਿਸ਼ 'ਚ ਹੀ ਗੱਲ ਕਰਦੇ ਨੇ, ਸਾਡਾ ਸਟੈਂਡਰਡ ਥੋੜਾ ਅਪ ਹੈ। ਉਹਨਾਂ ਨੂੰ ਇੰਜ ਲੱਗਦਾ ਕਿ ਜੇ ਸਾਡੇ ਬੱਚੇ ਨੂੰ 10ਵੀਂ ਦੇ ਵਿੱਚ ਅਸੀਂ ICSE ਬੋਰਡ ਪੜ੍ਹਾ ਰਹੇ ਹਾਂ ਤੇ ਅਸੀਂ ਬਹੁਤ ਸਾਡਾ ਹਾਈ ਸਟੈਂਡਰਡ ਹੈ, ਤੇ ਜੇ ਕੋਈ ਪੰਜਾਬ ਬੋਰਡ ਦੇ ਵਿੱਚ ਪੜ੍ਹ ਰਿਹਾ ਹੈ ਉਹ ਲੋ ਸਟੈਂਡਰਡ ਹੈ। ਪਰ ਜਦ ਕਿ ਅਸਲੀਅਤ ਜਿਹੜੀ ਹੈ ਕਿ ਜੇਕਰ ਤੁਹਾਡੇ ਬੱਚੇ ਨੂੰ ਪੰਜਾਬੀ ਪੜ੍ਹਾਈ ਨਹੀਂ ਜਾ ਰਹੀ, ਉੱਥੇ ਸਿਲੇਬਸ ਦੇ ਵਿੱਚ ਹੈ ਹੀ ਨਹੀਂ, ਤੇ ਉਹ ਬੱਚੇ ਦੀ ਸ਼ਬਦਾਂ ਦੇ ਨਾਲ ਸਾਂਝ ਫਿਰ ਕਿੰਨੀ ਕੁ ਹੋਣੀ ਹੈ। ਬਿਲਕੁਲ ਸਹੀ ਗੱਲ ਹੈ। ਮੇਰੇ ਖਿਆਲ ਨਾਲ ਵਜ੍ਹਾ ਵੀ ਕਿਸੇ ਭਾਸ਼ਾ ਦੇ ਨਾਲ ਨਫ਼ਰਤ ਕਰਨ ਦੀ ਵਜ੍ਹਾ ਵੀ ਇਹੀ ਹੈ ਕਿ ਜਦੋਂ ਜੁਰਮਾਨੇ ਵਾਲੀ ਤੁਸੀਂ ਗੱਲ ਕੀਤੀ ਹੈ ਕਿ ਜਦੋਂ ਇੰਗਲਿਸ਼ ਮੀਡੀਅਮ ਦਾ ਮੈਨੂੰ ਫਿਰ ਵੀ ਸਮਝ ਆ ਜਾਂਦਾ ਕਿਤੇ ਨਾ ਕਿਤੇ, ਹੈ ਨਾ, ਕਿ ਇੰਗਲਿਸ਼ ਆਉਣੀ ਜ਼ਰੂਰੀ ਹੈ ਜਦੋਂ ਬੱਚੇ ਨੇ ਆਪਣੇ ਅੱਗੇ ਜਾ ਕੇ ਜ਼ਿੰਦਗੀ ਦਾ ਸੋਚਣਾ ਆ ਕਿ ਬਾਹਰ ਆਉਣਾ ਆ, ਕੁਝ ਕਰਨਾ ਹੈ ਨਾ। ਪਰ ਜਦੋਂ ਹਿੰਦੀ ਤੇ ਪੰਜਾਬੀ ਦਾ ਕੰਪੈਰੀਜ਼ਨ ਜਦੋਂ ਕਰਦੇ ਆ, ਜਦੋਂ ਪੰਜਾਬੀ ਬੋਲਣ ਦੇ ਉੱਤੇ ਤਾਂ ਜੁਰਮਾਨਾ ਲਗਾਇਆ ਜਾਂਦਾ ਆ, ਪਰ ਉਹਨਾਂ ਇੰਗਲਿਸ਼ ਮੀਡੀਅਮ ਸਕੂਲ ਦੇ ਵਿੱਚ ਹਿੰਦੀ ਬੋਲਣ ਦੇ ਉੱਤੇ ਨਹੀਂ ਕੁਝ ਕਿਹਾ ਜਾਂਦਾ, ਸਗੋਂ ਉਹਨੂੰ ਤਰਜੀਹ ਦਿੱਤੀ ਜਾਂਦੀ ਹੈ ਕਿ ਹਿੰਦੀ ਬੋਲੋ, ਪੰਜਾਬੀ ਨਹੀਂ ਬੋਲਣੀ। ਸੋ ਜਿਹੜੀ ਚੀਜ਼ ਜ਼ਬਰਦਸਤੀ ਥੋਪੀ ਜਾਂਦੀ ਆ, ਗੁੱਸਾ ਗਿਲਾ ਉਸ ਚੀਜ਼ ਦੇ ਨਾਲ ਆਉਂਦਾ ਆ। ਭਾਸ਼ਾ ਦੇ ਨਾਲ ਤੇ ਕਿਸੇ ਨੂੰ ਕੋਈ ਗੁੱਸਾ ਹੈ ਹੀ ਨਹੀਂ। ਮੇਰੇ ਤੇ ਆਪਣੀ ਪੋਸਟ ਗ੍ਰੈਜੂਏਸ਼ਨ ਵੀ ਜਿਹੜੀ ਆ ਉਹ ਹਿੰਦੀ ਦੀ ਆ। ਸੋ ਕੋਈ ਭਾਸ਼ਾ ਨੂੰ ਲੈ ਕੇ ਕਿਸੇ ਦੇ ਨਾਲ ਨਫ਼ਰਤ ਨਹੀਂ ਹੈ, ਪਰ ਜਿਹੜੇ ਜ਼ਬਰਦਸਤੀ ਚੀਜ਼ ਥੋਪੀ ਜਾ ਰਹੀ ਆ ਉਹਦੇ ਨਾਲ ਬਹੁਤ ਨਫ਼ਰਤ ਹੈ। ਪੰਜਾਬ ਦੀ ਗੱਲ ਕੀਤੀ, ਮੈਨੂੰ ਨਾ ਸੁਰਜੀਤ ਪਾਤਰ ਸਾਹਿਬ ਦੀ ਇੱਕ ਕਵਿਤਾ ਯਾਦ ਆਉਂਦੀ, ਮੈਨੂੰ ਪੂਰੀ ਤਾਂ ਨਹੀਂ ਆਉਂਦੀ। ਉਹਦੇ ਵਿੱਚ ਉਹ ਕਹਿੰਦੇ ਹੁੰਦੇ ਨਾ ਕਿ ਪਿੱਛੇ ਪਿੱਛੇ ਰਿਜਕਦੇ ਆਇਆ ਨੰਦ ਕਿਸ਼ੋਰ, ਹੈ ਨਾ। ਉਹਦੀ ਬੇਟੀ ਹੁੰਦੀ ਹੈ, ਕਹਿੰਦਾ ਦੋਵੇਂ ਗੁੱਤਾ ਗੁੰਦ ਕੇ ਸੋਹਣੀ ਫੱਟੀ ਪੋਚ ਕੇ ਊੜਾ ਐੜਾ ਲਿਖ ਰਹੀ, ਊੜਾ ਐੜਾ ਲਿਖ ਰਹੀ ਧੀ ਨੰਦ ਕਿਸ਼ੋਰ ਦੀ, ਕਿੰਨਾ ਸੋਹਣਾ ਸਾਕ ਹੈ ਅੱਖਰਾਂ ਦਾ ਤੇ ਰਿਜਕ ਦਾ, ਹੈ ਨਾ। ਤੇ ਉਹਦੇ ਆਪੋਜ਼ਿਟ ਉਹ ਕਹਿ ਰਿਹਾ ਆ ਕਿ ਪੋਤਾ ਅਛਰ ਸਿੰਘ ਦਾ, ਹੈ ਨਾ, ਪਤਾ ਨਹੀਂ ਮਾਡਲ ਸਕੂਲੇ ਜਾ ਰਿਹਾ, ABCD ਲਿਖ ਰਿਹਾ, ABCD ਲਿਖ ਰਿਹਾ ਪੋਤਾ ਅਛਰ ਸਿੰਘ ਦਾ,
ਹਨਾ। ਸੋ ਕਿੰਨਾ ਉਹਨਾਂ ਨੇ ਕਿੰਨਾ ਸੋਹਣਾ ਇਹਨੂੰ ਕਿੰਨੀ ਡੂੰਗੀ ਗੱਲ ਕਹੀ ਆ ਕਿ ਸਾਡੇ ਪੰਜਾਬੀ ਹੋ ਕੇ ਅਸੀਂ ਪੰਜਾਬੀ ਨੂੰ ਤਰਜੀਹ ਨਹੀਂ ਦੇ ਰਹੇ, ਪਰ ਜਿਹੜੇ ਬਾਹਰਲੇ ਪ੍ਰਦੇਸ਼ਾਂ ਤੋਂ ਲੋਕ ਆ ਰਹੇ ਨੇ ਤੇ ਉਹ ਸਾਡੀ ਭਾਸ਼ਾ ਨੂੰ ਕਿੰਨਾ ਸੋਹਣਾ ਬੋਲ ਵੀ ਰਹੇ ਨੇ, ਲਿਖ ਵੀ ਰਹੇ ਨੇ, ਹਨਾ। ਮੈਂ ਤੁਹਾਨੂੰ ਦੱਸਦੀ ਕਿ ਸਾਡੇ ਪਰਿਵਾਰ ਦੇ ਵਿੱਚ ਦੇਖਣ ਵਾਲੀ ਗੱਲ ਹੈ, ਆਪਣੇ ਪ੍ਰਵਾਸੀ ਭੈਣ ਭਰਾ ਜਿਹੜੇ ਆਉਂਦੇ ਨੇ ਸਾਡੇ, ਜਿਵੇਂ ਨਾਲ ਹੀ ਕੋਲੇ ਹੀ ਘਰ ਤੇ ਰਹਿੰਦੇ ਸੀ, ਕੰਮ ਉਹਨਾਂ ਨੇ ਕਰਨਾ ਤੇ ਉਹਨਾਂ ਨੇ ਆਪਣੇ ਬੱਚਿਆਂ ਨੂੰ ਬਹੁਤ ਪੜਾਇਆ, ਪਰ ਉਹਨੂੰ ਬੱਚੇ ਇੰਨੇ ਜ਼ਿਆਦਾ ਹੁਸ਼ਿਆਰ ਸੀ ਪੜ੍ਹਾਈ ਦੇ ਵਿੱਚ ਤੇ ਪੰਜਾਬੀ ਮੀਡੀਅਮ ਸਕੂਲਾਂ ਦੇ ਵਿੱਚ ਵੀ ਉਹ ਪੜ੍ਹੇ, ਫਿਰ ਹੁਣ ਉਹ ਹਾਇਰ ਸਟੱਡੀਜ਼ ਦੇ ਲਈ ਅਬਰੋਡ ਜਾ ਚੁੱਕੇ ਨੇ ਤੇ ਆਪਣੇ ਮਾਂ-ਬਾਪ ਦਾ, ਜਿਵੇਂ ਆਪਣੀ ਮਾਂ ਨੂੰ ਬੱਚਿਆਂ ਨੇ ਕਿਹਾ ਕਿ ਤੂੰ ਕੰਮ ਨਹੀਂ ਕਰਨਾ ਹੁਣ ਘਰ ਦੇ ਵਿੱਚ ਆ ਕੇ। ਸੋ ਮੈਨੂੰ ਲੱਗਦਾ ਕਿ ਉਹ ਜੇ ਆਪਣਾ ਪੂਰਾ ਪਿਛੋਕੜ ਜਿਹੜਾ ਉਹ ਭੁੱਲ ਕੇ ਪੰਜਾਬ 'ਚ ਆ ਕੇ ਵਸੇ ਤੇ ਡੈਫੀਨੇਟਲੀ ਜਿੱਥੇ ਤੁਸੀਂ ਜਾਂਦੇ ਹੋ ਤੁਹਾਨੂੰ ਰਿਜ਼ਕ ਦੀ ਖਾਤਰ ਉੱਥੋਂ ਦੀ ਭਾਸ਼ਾ ਸਿੱਖਣੀ ਪੈਂਦੀ ਹੈ, ਪੜ੍ਹਾਉਣੀ ਪੈਂਦੀ ਤੇ ਬੱਚਿਆਂ ਦੇ ਲਈ ਖਾਸ ਕਰਕੇ, ਕਿਉਂਕਿ ਬੱਚਿਆਂ ਦੇ ਕੋਲ ਹੋਰ ਕੋਈ ਆਪਸ਼ਨ ਨਹੀਂ ਹੁੰਦੀ। ਜਿਵੇਂ ਜਦੋਂ ਸਕੂਲ 'ਚ ਉਹਨਾਂ ਨੇ ਪੜ੍ਹਾਉਣਾ, ਅਸੀਂ ਗੱਲ ਆਪਣੇ ਪ੍ਰਵਾਸੀ ਭੈਣਾਂ ਭਰਾਵਾਂ ਦੀ ਕੀਤੀ ਤੇ ਅਸੀਂ ਵੀ ਤੇ ਪ੍ਰਵਾਸ ਕੱਢ ਕੇ ਇਹਨਾਂ ਮੁਲਕਾਂ ਦੇ ਵਿੱਚ ਆਏ। ਖਾਸ ਕਰਕੇ ਮੇਰਾ ਇੱਕ ਕਜ਼ਨ ਨੇ ਇਟਲੀ ਦੇ ਵਿੱਚ ਰਹਿੰਦੇ ਨੇ, ਉਹਨਾਂ ਦੇ ਬੱਚੇ ਜਦੋਂ ਸਕੂਲ ਜਾਂਦੇ ਨੇ ਤੇ ਉਹਨਾਂ ਨੂੰ ਚਿੰਤਾ ਸਿਰਫ ਇਸ ਗੱਲ ਦੀ, ਹੁਣ ਬੱਚੇ ਥੋੜੇ ਵੱਡੇ ਹੋ ਗਏ ਚਲੋ, ਪਰ ਉਹਨਾਂ ਨੂੰ ਸਭ ਤੋਂ ਵੱਧ ਚਿੰਤਾ ਹੁੰਦੀ ਸੀ ਕਿ ਸਾਡੇ ਬੱਚਿਆਂ ਨੂੰ ਪੰਜਾਬੀ ਕਿਵੇਂ ਸਿਖਾਈਏ। ਉੱਥੇ ਮੇਰੇ ਖਿਆਲ ਕਿ ਸਕੂਲਾਂ ਦੇ ਵਿੱਚ ਜਿਹੜਾ ਮੀਡੀਅਮ ਉਹ ਇਟਾਲੀਅਨ ਹੀ ਉਹਨਾਂ ਨੂੰ, ਜਿਵੇਂ ਇਟਾਲੀਅਨ ਮੀਡੀਅਮ 'ਚ ਪੜ੍ਹਾਇਆ ਜਾਂਦਾ, ਸੋ ਉਹਨਾਂ ਮੁਲਕਾਂ ਦੇ ਲਈ ਮੈਨੂੰ ਲੱਗਦਾ ਕਿ ਹੋਰ ਵੀ ਜ਼ਿਆਦਾ ਇਹ ਚਿੰਤਾ ਦਾ ਵਿਸ਼ਾ ਹੋ ਜਾਂਦਾ ਹੈ, ਖਾਸ ਕਰਕੇ ਜਿਹੜੇ ਸ਼ਹਿਰਾਂ ਦੇ ਵਿੱਚ ਕੋਈ ਪੰਜਾਬੀ ਪੜ੍ਹਾਉਣ ਵਾਲਾ ਜਵਾਨ, ਐਸਾ ਨਹੀਂ ਕਿ ਜਿੱਥੇ ਕੋਈ ਪੰਜਾਬੀ ਦਾ, ਉੱਥੇ ਖਾਸ ਕਰ ਜ਼ਿਆਦਾ ਜ਼ਿੰਮੇਵਾਰੀ ਹੋ ਜਾਂਦੀ ਹੈ ਪਰਿਵਾਰ ਦੀ, ਹਨਾ, ਕਿ ਕਿਵੇਂ ਤੁਸੀਂ ਆਪਣੇ ਬੱਚੇ ਨੂੰ ਨਾਲ ਜੋੜ ਕੇ ਰੱਖਣਾ ਹੈ ਆਪਣੀ ਭਾਸ਼ਾ ਦੇ, ਆਪਣੇ ਸੱਭਿਆਚਾਰ ਦੇ। ਕਿਉਂਕਿ ਹਾਲਾਂਕਿ ਜਿਹੜੇ ਦੇਸ਼ਾਂ 'ਚ ਅਸੀਂ ਰਹਿ ਰਹੇ ਹਾਂ, ਬੇਸ਼ੱਕ ਇੱਥੇ ਇੰਗਲਿਸ਼ ਹੈ, ਪਰ ਇੰਗਲਿਸ਼ ਕਿਤੇ ਨਾ ਕਿਤੇ ਫਿਰ ਵੀ ਅਸੀਂ ਜਿਹੜਾ ਆ ਕਮਿਊਨੀਕੇਸ਼ਨ ਕਰ ਸਕਦੇ ਹਾਂ ਕਿਸੇ ਦੂਸਰੇ ਨਾਲ, ਹਨਾ। ਪਰ ਜਦੋਂ ਬਿਲਕੁਲ ਹੀ ਭਾਸ਼ਾ ਉਲਟ ਹੋ ਜਾਣੀ ਆ, ਜਿਹੜੀ ਕਿਸੇ ਨੂੰ ਬਾਹਰ ਆ ਹੀ ਨਹੀਂ ਰਹੀ ਹੈਗੀ, ਉੱਥੇ ਜਾ ਕੇ ਇਸ ਚੀਜ਼ ਨੂੰ ਕਿਵੇਂ ਤੁਸੀਂ ਆਪਣੇ ਆਪ ਨੂੰ ਸੰਭਾਲਣਾ ਆ, ਕਿਵੇਂ ਭਾਸ਼ਾ ਨੂੰ ਸੰਭਾਲਣਾ ਆ, ਬਹੁਤ ਵੱਡਾ ਜਿਹੜਾ ਆ ਇਹ ਸਵਾਲ ਹੈ। ਤੇ ਮੇਰੇ ਖਿਆਲ ਨਾਲ ਜਿਹੜੇ ਪਰਿਵਾਰ ਉੱਥੇ ਰਹਿ ਰਹੇ ਨੇ ਉਹ ਬਹੁਤ ਆਪਣਾ ਕੋਸ਼ਿਸ਼ ਕਰ ਰਹੇ ਹੋਣਗੇ ਕਿ ਉਹਨਾਂ ਦੇ ਬੱਚੇ ਜਿਹੜੇ ਆ ਭਾਸ਼ਾ ਦੇ ਨਾਲ ਜੁੜੇ ਰਹਿਣ, ਹਨਾ। ਬਹੁਤ ਵੱਡੀ ਉਹਨਾਂ ਦੀ ਚਿੰਤਾ ਡੈਫੀਨਿਟਲੀ, ਬਿਲਕੁਲ। ਖੈਰ ਅਸੀਂ ਭਾਗਾਂ ਵਾਲੇ ਆ ਕਿ ਇਹਨਾਂ ਮੁਲਕਾਂ ਦੇ ਵਿੱਚ, ਖਾਸ ਕਰਕੇ ਹੁਣ ਭਾਵੇਂ ਕਿ ਨਿਊਜ਼ੀਲੈਂਡ ਮੁਲਕ ਜਿਹੜਾ ਬਹੁਤ ਬਾਅਦ ਦੇ ਵਿੱਚ ਇੱਥੇ ਪੰਜਾਬੀ ਆਏ, ਪਰ ਫਿਰ ਵੀ ਪੰਜਾਬੀਆਂ ਨੇ ਇਹ ਕੋਸ਼ਿਸ਼ਾਂ ਜ਼ਰੂਰ ਕੀਤੀਆਂ ਤੇ ਉਹਨਾਂ ਨੂੰ ਬੂਰ ਲੱਗਦਾ ਹੋਇਆ ਸਾਨੂੰ ਨਜ਼ਰ ਆ ਰਿਹਾ। ਅਸੀਂ ਜਸਪ੍ਰੀਤ ਇੱਥੇ ਜ਼ਿਕਰ ਕਰ ਦਈਏ ਕਿ ਸੈਂਸਸ ਦੇ ਜਿਹੜੇ ਪੇਪਰਸ ਨੇ ਤੁਹਾਡੇ ਘਰਾਂ ਦੇ ਵਿੱਚ ਜ਼ਰੂਰ ਪਹੁੰਚ ਕੇ ਹੋਣਗੇ, ਸੋ ਅਸੀਂ ਆਨਲਾਈਨ ਵੀ ਭਰ ਸਕਦੇ ਹਾਂ। ਉੱਥੇ ਸਾਨੂੰ ਜ਼ਿਕਰ ਕਰਨਾ ਜ਼ਰੂਰ ਬਣਦਾ ਹੈ, ਬਿਲਕੁਲ। ਆਪਣਾ ਤੁਸੀਂ ਧਰਮ, ਆਪਣੇ ਭਾਈਚਾਰੇ ਦਾ ਜ਼ਿਕਰ ਕਰਨਾ ਹੈ ਤੇ ਆਪਣੀ ਬੋਲੀ ਦਾ ਜ਼ਿਕਰ ਕਰਨਾ ਹੈ। ਵੀ ਰਹੇ ਨੇ ਕਿ ਗਿਣੇ ਜਾਵਾਂਗੇ ਤੇ ਸੁਣੇ ਵੀ ਜਾਵਾਂਗੇ, ਹੈ ਨਾ ਜੀ। ਇਹ ਚੀਜ਼ ਬੜੀ ਮੈਨੂੰ ਲੱਗਦਾ ਕਿ ਸਾਡੇ ਕੰਮ ਆਉਣ ਵਾਲੀ ਹੈ ਆਉਂਦੇ ਸਮੇਂ ਦੇ ਵਿੱਚ, ਜਿਹੜੀਆਂ ਪਾਲਿਸੀਜ਼ ਬਣਨੀਆਂ ਨੇ। ਤੇ ਭਾਵੇਂ ਤੁਸੀਂ ਵਿਜ਼ਟਰ ਵੀਜ਼ੇ ਤੇ ਵੀ ਹੋ ਇਸ ਵੇਲੇ, ਤਾਂ ਵੀ ਤੁਹਾਨੂੰ ਇਹ ਜਿਹੜੇ ਜਨਗਣਨਾ ਦੇ ਵਿੱਚ ਜ਼ਰੂਰ ਆਪਣੀਆਂ ਡਿਟੇਲਸ ਭਰਨੀਆਂ ਚਾਹੀਦੀਆਂ ਤਾਂ ਕਿ ਪਤਾ ਲੱਗੇ ਸਰਕਾਰ ਨੂੰ ਕਿ ਇਸ ਭਾਸ਼ਾ ਨੂੰ ਬੋਲਣ ਵਾਲੇ ਬਹੁਤ ਜ਼ਰੂਰੀ ਵੀ ਹੈ, ਭਾਈਚਾਰੇ ਦੇ ਇੰਨੇ ਬੰਦੇ ਇੱਥੇ। ਜੀ ਬਿਲਕੁਲ, ਡੈਫੀਨੇਟਲੀ ਤੁਸੀਂ ਆਪਣੀ ਐਥਨੀਸਿਟੀ, ਆਪਣੀ ਲੈਂਗੁਏਜ, ਆਪਣੀ ਭਾਸ਼ਾ ਤੇ ਆਪਣੇ ਧਰਮ ਨੂੰ ਸਪੈਸੀਫਿਕ ਤੌਰ ਤੇ ਜ਼ਰੂਰ ਉਸ ਵਿੱਚ ਮੈਂਸ਼ਨ ਕਰਿਓ, ਤਾਂ ਕਿ ਤੁਹਾਡੇ ਜਿਹੜੇ ਨੰਬਰਸ ਨੇ ਉਹ ਕਿਤੇ ਨਾ ਕਿਤੇ ਪਹੁੰਚ ਸਕਣ ਤੇ ਪਤਾ ਲੱਗੇ ਕਿ ਕਿਹੜੇ ਭਾਈਚਾਰੇ ਦੇ ਲੋਕ ਇੱਥੇ ਜਿਹੜੇ ਨੇ ਉਹ ਵਸ ਰਹੇ ਨੇ। ਜੇ ਜਿਵੇਂ ਪਹਿਲਾਂ ਵੀ ਕਿਹਾ ਹੈ ਕਿ ਜੇ ਸਾਡੇ ਨੰਬਰ ਸਾਡੇ ਅਸੀਂ ਗਿਣੇ ਜਾਵਾਂਗੇ, ਫਿਰ ਹੀ ਜਿਹੜੀ ਸਾਡੀ ਆਵਾਜ਼ ਜਿਹੜੀ ਆ ਉਹ ਸ਼ਾਇਦ ਉਹਨਾਂ ਤੱਕ ਪਹੁੰਚੇਗੀ, ਹੈ ਨਾ। ਮੇਰੇ ਖਿਆਲ ਹੈ ਕਿ ਅਸੀਂ ਹੁਣ ਬਿਲਕੁਲ ਫਿਨਿਸ਼ਿੰਗ ਨੋਟਸ ਤੇ ਆ, ਪਰ ਮੇਰੇ ਦਿਮਾਗ 'ਚ ਇੱਕ ਗੱਲ ਆ ਰਹੀ ਸੀ ਕਿ ਕਿਉਂਕਿ ਅਸੀਂ ਗੱਲ ਹਿੰਦੀ, ਪੰਜਾਬੀ, ਅੰਗਰੇਜ਼ੀ ਸਾਰੀਆਂ ਭਾਸ਼ਾਵਾਂ ਦੀ ਕੀਤੀ ਹੈ ਤੇ ਸਾਡੇ ਬਜ਼ੁਰਗਾਂ ਦੀ ਮੈਂ ਗੱਲ ਕਰਾਂਗੀ ਜ਼ਰੂਰ ਕਿ ਕਿੰਨੇ ਭੋਲੇ ਹੁੰਦੇ ਨੇ। ਜਿਵੇਂ ਉਹਨਾਂ ਨੂੰ ਲੱਗਦਾ ਹੁੰਦਾ ਸੀ ਕਿ ਜੇ ਕੋਈ ਹਿੰਦੀ ਬੋਲ ਰਿਹਾ, ਅਸੀਂ ਇਹ ਨਹੀਂ ਕੋਸ਼ਿਸ਼ ਕਰਨੀ ਕਿ ਅਸੀਂ ਉਹਦੇ ਨਾਲ ਪੰਜਾਬੀ 'ਚ ਗੱਲ ਕਰ ਲਈਏ, ਉਹ ਥੋੜੀ ਜਿਹੀ ਪੰਜਾਬੀ ਸਮਝ ਲਵੇ। ਅਸੀਂ ਹਮੇਸ਼ਾ ਜ਼ੋਰ ਲਾ ਕੇ ਤੇ ਕੋਸ਼ਿਸ਼ ਕਰਦੇ ਕਿ ਅਸੀਂ ਹਿੰਦੀ ਬੋਲੀਏ, ਜਿਵੇਂ ਢੀਡ ਮੇ ਲਾਤ ਮਾਰਦੀ। ਹਾਂ, ਇੱਕ ਤਾਂ ਬੜਾ ਮਸ਼ਹੂਰ ਜਿਹੀ ਵੀ ਲਾਈਨ ਹੈਗੀ ਹੈ ਨਾ, ਇਹ ਕੈਸਾ ਟੋਆ ਪਾਟਾ ਹੈ, ਨਾ ਲਾਂਘਾ ਜਾਤਾ ਹੈ ਨਾ ਟਾਪਾ ਜਾਤਾ ਹੈ। ਸਹੀ ਗੱਲ ਆ। ਇਹ ਮੈਨੂੰ ਲੱਗਦਾ ਕਿ ਹਾਸੇ ਠੱਠੇ ਦੀਆਂ ਗੱਲਾਂ ਜਿਹੜੀਆਂ ਜ਼ਰੂਰ ਸਾਡੇ ਪਿੰਡਾਂ ਦੇ ਵਿੱਚ ਸਾਨੂੰ ਆਮ ਦੇਖਣ ਨੂੰ ਮਿਲੀਆਂ। ਪਿੰਡਾਂ 'ਚ ਤੇ ਬੜੀ ਦੂਰ ਦੀ ਗੱਲ ਆ। ਮੈਂ ਤਾਂ ਤੁਹਾਡੇ ਨਾਲ ਇੱਕ ਛੋਟੀ ਜੀ ਗੱਲ ਹੀ ਹੈ ਕਿ ਮੈਂ ਤੁਹਾਨੂੰ ਦੱਸਿਆ ਮੇਰੀ ਪੋਸਟ ਗ੍ਰੈਜੂਏਸ਼ਨ ਹਿੰਦੀ ਦੀ ਆ ਨਾ, ਤੇ ਮੈਂ ਉੱਥੇ 3 ਸਾਲ ਪੜ੍ਹਾਇਆ ਵੀ ਆ।
ਤੇ ਹਿੰਦੀ ਦੀਆਂ ਜਿਹੜੀਆਂ ਕਵਿਤਾਵਾਂ ਹੁੰਦੀਆਂ ਸੀ ਜਿਹਨੂੰ ਆਪਾਂ ਕਹਿੰਦੇ ਨੇ ਪ੍ਰਸੰਗ ਸਹਿਤ ਵਿਆਖਿਆ ਕਰੋ ਹਨਾ, ਉਹ ਬੱਚਿਆਂ ਨੂੰ ਪੜਾਉਣੀ ਹੁੰਦੀ ਸੀਗੀ। ਤੇ ਤੁਸੀਂ ਯਕੀਨ ਕਰੋ ਕਿ ਪੋਇਮ ਹਿੰਦੀ ਦੀ ਹੁੰਦੀ ਸੀ, ਵਿਆਖਿਆ ਸਾਰੀ ਮੈਂ ਉਹਨਾਂ ਨੂੰ ਪੰਜਾਬੀ 'ਚ ਸਮਝਾਉਂਦੀ ਹੁੰਦੀ ਸੀ ਬੱਚਿਆਂ ਨੂੰ ਕਿ ਇਸ ਪੋਇਮ ਇਸ ਲਾਈਨ ਦਾ ਇਹ ਅਰਥ ਹੈ, ਇਸ ਲਾਈਨ ਦਾ ਇਹ ਅਰਥ ਹੈ। ਬਾਅਦ ਵਿੱਚ ਲਿਖ ਭਾਵੇਂ ਹਿੰਦੀ 'ਚ ਦਿੰਦੇ ਸੀ ਪਰ ਸਮਝਾਉਂਦੀ ਉਹਨਾਂ ਨੂੰ ਪੰਜਾਬੀ 'ਚ ਹੀ ਸੀਗੀ। ਵੀ ਮਤਲਬ ਸਾਡੀ ਤੇ ਮਤਲਬ ਕਿ ਇਹ ਆਦਤ ਜੀ ਹੋ ਗਈ ਹੈ ਕਿ ਅਸੀਂ ਗੱਲ ਸ਼ੁਰੂ ਭਾਵੇਂ ਹਿੰਦੀ 'ਚ ਕਰੀਏ, ਉਹ ਕਿਤੇ ਨਾ ਕਿਤੇ ਖਤਮ ਜਾ ਕੇ ਪੰਜਾਬੀ 'ਚ ਹੀ ਹੋਣੀ ਆ। ਤਾਂ ਵੀ ਮੈਨੂੰ ਲੱਗਦਾ ਕਿ ਸਾਡੇ ਲਈ ਇੱਕ ਇਹ ਚੀਜ਼ ਹੈ ਕਿਉਂਕਿ ਅਸੀਂ ਘਰਾਂ ਦੇ ਵਿੱਚ ਵੀ ਪੰਜਾਬੀ ਬੋਲਦੇ ਹਾਂ। ਸੋ ਜ਼ਰੂਰ ਅਸੀਂ ਜੇ ਭਾਸ਼ਾ ਬਚਾਉਣੀ ਹੈ ਤੇ ਸਾਨੂੰ ਘਰਾਂ ਦੇ ਵਿੱਚ ਪੰਜਾਬੀ ਬੋਲਣੀ ਹੀ ਪਏਗੀ। ਜਿੱਥੇ ਕੋਈ ਪੰਜਾਬੀ ਬੋਲਣ ਵਾਲਾ ਭੈਣ ਭਰਾ ਮਿਲਦਾ ਅਸੀਂ ਜ਼ਰੂਰ ਪੰਜਾਬੀ 'ਚ ਗੱਲ ਕਰੀਏ। ਬਹੁਤ ਸਾਰੇ ਇਸ ਤਰ੍ਹਾਂ ਦੇ ਜਦੋਂ ਕੰਮਾਂ ਕਾਰਾਂ ਤੇ ਸਾਡੇ ਭੈਣ ਭਰਾ ਹੁੰਦੇ ਨੇ, ਕਈ ਪੰਜਾਬੀ ਨੂੰ ਅਲਾਉਡ ਨਹੀਂ ਹੁੰਦਾ ਤੇ ਕਈ ਪ੍ਰੈਫਰ ਨਹੀਂ ਕਰਦੇ, ਪਰ ਜਿਹੜੀ ਵਰਕਪਲੇਸ ਤੇ ਅਲਾਉਡ ਹੈ ਉੱਥੇ ਜ਼ਰੂਰ ਪੰਜਾਬੀ 'ਚ ਗੱਲ ਕਰ ਲੈਣੀ ਚਾਹੀਦੀ ਹੈ। ਮੇਰੇ ਖਿਆਲ ਨਾਲ ਜੇ ਵਰਕਪਲੇਸ ਤੇ ਵੀ ਗੱਲ ਕਰੀਏ, ਜੇ ਮੈਂ ਕਸਟਮਰ ਸਰਵਿਸ ਦੀ ਗੱਲ ਕਰਾਂ ਤਾਂ ਉਹ ਡੈਫੀਨੇਟਲੀ ਅਲਾਉਡ ਨਹੀਂ ਹੁੰਦਾ, ਪਰ ਇਹ ਜ਼ਰੂਰ ਹੁੰਦਾ ਹੈ ਕਿ ਜਦੋਂ ਕਸਟਮਰ ਤੁਹਾਡੇ ਨਾਲ ਕਮਿਊਨੀਕੇਟ ਕਰ ਰਿਹਾ ਆ ਹਨਾ, ਫਿਰ ਤੁਸੀਂ ਉਸ ਭਾਸ਼ਾ ਦੇ ਵਿੱਚ ਗੱਲ ਕਰ ਸਕਦੇ ਹੋ। ਬਿਲਕੁਲ, ਇੱਕ ਰਿਸਪੈਕਟ ਵਜੋਂ ਤੁਹਾਡਾ ਜਿਹੜਾ ਜੈਸਚਰ ਹੈ ਤੁਸੀਂ ਪੰਜਾਬੀ ਵਿੱਚ ਗੱਲ ਕਰ ਸਕਦੇ ਹੋ। ਬਿਲਕੁਲ, ਕੋਈ ਵੀ EMPLOYER ਜਿਹੜਾ ਨਹੀਂ ਕਰਦਾ। ਬਿਲਕੁਲ, ਐਸ ਲੌਂਗ ਐਸ ਤੁਸੀਂ ਆਪਣੀ ਜਿਹੜੀਆਂ ਪਾਲਿਸੀਜ਼ ਆ ਕੰਮ ਦੀਆਂ ਉਹਨਾਂ ਨੂੰ ਫੋਲੋ ਕਰ ਰਹੇ ਹੋ। ਤੇ ਜੇ ਅਸੀਂ ਆਪਣੀ ਪੰਜਾਬੀ ਮਾਂ ਬੋਲੀ ਦੀ ਘਰੋਂ ਹੀ ਸ਼ੁਰੂਆਤ ਕਰਦੇ ਹਾਂ, ਮੇਰੇ ਖਿਆਲ ਨਾਲ ਇਹ ਸਾਨੂੰ ਕਹਿਣ ਦੀ ਲੋੜ ਹੀ ਨਹੀਂ ਪੈਣੀ ਕਿ ਮੇਰੇ ਬੱਚੇ ਪੰਜਾਬੀ ਨਹੀਂ ਬੋਲਦੇ ਜਾਂ ਮੇਰੇ ਬੱਚਿਆਂ ਨੇ ਪੰਜਾਬੀ ਸਿੱਖੀ ਨਹੀਂ, ਹੈ ਨਾ। ਜੀ ਬਿਲਕੁਲ, ਮੇਰੇ ਖਿਆਲ ਹੈ ਕਿ ਇਹਨਾਂ ਗੱਲਾਂ ਦੇ ਨਾਲ ਅਸੀਂ ਇਜਾਜ਼ਤ ਲੈਂਦੇ ਹਾਂ। ਬਹੁਤ ਸ਼ੁਕਰੀਆ, ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ ਤੇ ਸਾਡੀਆਂ ਗੱਲਾਂ ਬਾਤਾਂ ਸੁਣੀਆਂ। ਆਪਣੀ ਫੀਡਬੈਕ ਜ਼ਰੂਰ ਦੇਣਾ, ਕਮੈਂਟ ਕਰਕੇ ਦੱਸਣਾ ਕਿ ਅਸੀਂ ਹੋਰ ਕਿੱਥੇ ਕਿੱਥੇ ਇੰਪਰੂਵ ਕਰ ਸਕਦੇ ਹਾਂ। ਅੱਗੇ ਇਸ ਗੱਲਬਾਤ ਨੂੰ ਸ਼ੇਅਰ ਵੀ ਜ਼ਰੂਰ ਕਰਨਾ ਕਿਉਂਕਿ ਜਿਹੜੇ ਇਹਦੇ ਵਿੱਚ ਮੈਸੇਜ ਨੇ ਉਹ ਅੱਗੇ ਜਾਣੇ ਬੜੇ ਜ਼ਰੂਰੀ ਨੇ। ਖੁਸ਼ ਰਹੋ, ਆਬਾਦ ਰਹੋ ਤੇ ਹੱਸਦੇ ਰਹੋ। ਧੰਨਵਾਦ।